ਸੰਗਤ ਨੂੰ ਵਾਹਿਗੁਰੂ ਜੀ ਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 92 ਤੇ 92 ਉਤੋਂ 2 4 5ਵੀਂ ਲਾਈਨ ਹੈ ਜੀ। ਵਿਚਾਲੇ ਜੇ ਕਰਕੇ ਸ਼੍ਰੀ ਰਾਗ ਤ੍ਰਿਲੋਚਨ ਕਾ, ਰਾਗ ਦਾ ਨਾਂ ਸ਼੍ਰੀ ਰਾਗ, ਤ੍ਰਿਲੋਚਨ ਭਗਤ ਦੀ ਬਾਣੀ ਹੈ। ਮਾਇਆ ਮੋਹ ਮਨ ਆਗਲੜਾ ਪ੍ਰਾਣੀ, ਜਰਾ ਮਰਨ ਭਉ ਵਿਸਰ ਗਿਆ। ਕੁਟੰਬ ਦੇਖ ਬਿਗਸੈ ਕਮਲਾ ਜਿਉ, ਪਰ ਘਰ ਜੋ ਹੈ ਕਪਟ ਨਰਾ। ਭਗਤ ਤ੍ਰਿਲੋਚਨ ਜੀ ਕਹਿੰਦੇ, ਮਾਇਆ ਮੋਹ ਮਨ ਆਗਲੜਾ ਪ੍ਰਾਣੀ। ਆਗਲੜਾ ਮੈਨੇ ਬਹੁਤ ਬਹੁਤ ਜ਼ਿਆਦਾ। ਹੇ ਪ੍ਰਾਣੀ, ਤੇਰਾ ਜਿਹੜਾ ਮਨ ਹੈ ਮਾਇਆ ਦੇ ਮੋਹ 'ਚ ਬਹੁਤ ਲੱਗਾ ਹੋਇਆ। ਤੇਰੇ ਮਨ 'ਚ ਮਾਇਆ ਦਾ ਮੋਹ ਬਹੁਤ ਜ਼ਿਆਦਾ ਹੈ। ਮਾਇਆ ਮੋਹ ਮਨ ਵਿੱਚ ਨੰਨਣ ਸਿਆਰੀ ਲੱਗੀ ਹੈ। ਹੇ ਪ੍ਰਾਣੀ, ਤੇਰੇ ਮਨ 'ਚ ਮਾਇਆ ਦਾ ਮੋਹ ਬਹੁਤ ਜ਼ਿਆਦਾ ਹੈ। ਜਰਾ ਮਰਨ ਭਉ ਵਿਸਰ ਗਿਆ। ਜਰਾ ਹੁੰਦਾ ਬੁਢਾਪਾ, ਮਰਨ ਮੈਨੇ ਮੌਤ, ਭਉ ਮੈਨੇ ਡਰ, ਵਿਸਰ ਮੈਨੇ ਭੁੱਲ ਜਾਣਾ। ਤੈਨੂੰ ਬੁਢਾਪੇ ਤੇ ਮੌਤ ਜਿਹੜਾ ਡਰ ਹੀ ਵਿਸਰ ਗਿਆ। ਤੈਨੂੰ ਭੁੱਲ ਹੀ ਗਿਆ ਕਿ ਤੂੰ ਬੁੱਢੇ ਵੀ ਹੋਣਾ, ਤੂੰ ਮਰਨਾ ਵੀ ਹੈ। ਤੇਰੇ ਮਨ 'ਚ ਮਾਇਆ ਦਾ ਬਹੁਤ ਜ਼ਿਆਦਾ ਮੋਹ ਹੈ। ਸਾਰਾ ਧਿਆਨ ਮਾਇਆ ਵਿੱਚ ਹੈ ਅਤੇ ਤੈਨੂੰ ਬੁਢਾਪਾ ਅਤੇ ਮੌਤ ਵਿਸਰ ਹੀ ਗਈ ਹੈ ਵੀ ਇਹ ਵੀ ਆਉਣੇ ਨੇ, ਇਹਦਾ ਡਰ ਹੀ ਤੈਨੂੰ ਨਹੀਂ ਹੈਗਾ। ਕੁਟੰਬ ਦੇਖ ਬਿਗਸੈ ਕਮਲਾ ਜਿਉ। ਕਮਲਾ ਮੈਨੇ ਕਮਲ ਫੁੱਲ। ਜਿਵੇਂ ਕਮਲ ਫੁੱਲ ਹੈ ਸੂਰਜ ਨੂੰ ਵੇਖ ਕੇ ਖਿੜਦਾ। ਹੇ ਮਾਇਆ ਦੇ ਮੋਹੇ ਇਨਸਾਨ, ਤੂੰ ਕੁਟੰਬ ਪਰਿਵਾਰ ਬਿਗਸੈ ਖੁਸ਼ ਹੁੰਦਾ ਹੈ। ਤੂੰ ਪਰਿਵਾਰ ਨੂੰ ਵੇਖ ਕੇ ਖੁਸ਼ ਹੁੰਦਾ ਹੈ ਜਿਵੇਂ ਕਮਲ ਫੁੱਲ ਖਿੜਦਾ ਹੈ। ਪਰ ਘਰ ਜੋ ਹੈ ਕਪਟ ਨਰ। ਹੈ ਕਪਟੀ ਮਨੁੱਖ। ਪਰ ਘਰ ਹੁੰਦਾ ਬੇਗਾਨਾ ਘਰ। ਜੋ ਹੈ ਹੁੰਦਾ ਮਾੜੀ ਨਿਗਾਹ ਨਾਲ ਤੱਕਣਾ। ਤੂੰ ਪਰਾਏ ਘਰ ਵੱਲ ਮਾੜੀ ਨਿਗਾਹ ਨਾਲ ਤੱਕਦਾ, ਚੋਰੀ ਕਰਨ ਲਈ, ਯਾਰੀ ਕਰਨ ਲਈ, ਹੋਰ ਕਿਸੇ ਕੰਮ ਲਈ। ਕਿਉਂ? ਮਾਇਆ ਚਾਹੀਦੀ ਹੈ। ਮਾਇਆ ਨਾਲ ਮੋਹ ਹੋਣ ਕਰਕੇ ਜੇ ਚੋਰੀ ਨਾਲ ਵੀ ਮਾਇਆ ਮਿਲ ਸਕਦੀ ਤਾਂ ਵੀ ਇਸ ਲਈ ਬੇਗਾਨੇ ਘਰਾਂ ਵੱਲ ਤੂੰ ਵੇਖਦਾ ਰਹਿਣਾ। ਤੂੰ ਕਪਟੀ ਹੈ, ਤੂੰ ਮਨ ਦਾ ਸਾਫ਼ ਨਹੀਂ ਹੈ। ਦੂੜਾ ਆਇਓ ਜਮੈ ਤਣਾ, ਤਿੰਨ ਆਗਲੜੈ ਮੈਂ ਰਹਿਣ ਨਾ ਜਾਏ। ਕੋਈ ਕੋਈ ਸਾਜਨ ਆਏ ਕਹੈ, ਮਿਲ ਮੇਰੇ ਬੀਠਲਾ ਲੈ ਬਾਹੜੀ ਬਲਾਏ। ਬਾਂਤ ਬਣੇ ਬਾਹੜੀ ਲੈ ਬਾਹੜੀ ਬਲਾਏ। ਮਿਲ ਮੇਰੇ ਰਮਈਆ ਮੈਂ ਲੇਹ ਛਡਾਏ ਰਹਾ। ਦੂੜਾ ਟੋਲਾ ਗਰੁੱਪ, ਕਿਉਂਕਿ ਜੰਮ ਇੱਕ ਅੱਧਾ ਨਹੀਂ ਹੁੰਦਾ, ਘੱਟ ਤੋਂ ਘੱਟ ਦੋ ਆਉਂਦੇ ਨੇ, ਕਈ ਵਾਰੀ ਵੱਧ ਵੀ ਆ ਸਕਦੇ ਨੇ। ਜਮੇ ਜਮਾਂ ਦਾ ਤਣਾ ਤਾਕਤਵਰ। ਤਾਕਤਵਰ ਜਮਾਂ ਦਾ ਟੋਲਾ ਕਹਿੰਦੇ ਆ ਰਿਹਾ ਹੈ। ਤਾਕਤਵਰ ਜਮਾਂ ਦਾ ਟੋਲਾ ਲੈਣ ਆਉਣਾ ਕਹਿੰਦੇ। ਫਿਰ ਤਿੰਨ ਆਗਲੜੇ ਮੈਂ ਰਹਿਣ ਨਾ ਜਾਏ। ਉਹਨਾਂ ਦੇ ਅੱਗੇ ਮੈਂ ਠਹਿਰ ਨਹੀਂ ਸਕਦਾ, ਚਾਹੇ ਦਾਰਾ ਪਹਿਲਵਾਨ ਕਿਉਂ ਨਾ ਹੋਵੇ। ਜੰਮ ਦੇ ਅੱਗੇ ਉਹਦਾ ਵੀ ਕੋਈ ਜ਼ੋਰ ਨਹੀਂ ਚੱਲਦਾ। ਜਦੋਂ ਕੋਈ ਬੰਦਾ ਭੂਤ ਪ੍ਰੇਤ ਬਣ ਜਾਂਦਾ, ਉਹ 'ਚ ਬਹੁਤ ਜ਼ਿਆਦਾ ਤਾਕਤ ਆ ਜਾਂਦੀ ਹੈ। ਉਹ ਆ ਕੇ ਫਿਰ ਜਿਹੜਾ ਹੈ ਛਾਤੀ 'ਤੇ ਦਬਾਅ ਪਾਉਂਦਾ ਹੈ। ਉਹ ਬੰਦੇ ਦੀ ਚੀਕਾਂ ਨਿਕਲ ਜਾਂਦੀਆਂ ਨੇ। ਇਸ ਲਈ ਜੇ ਭੂਤ ਪ੍ਰੇਤ ਵੱਡੇ ਤੋਂ ਵੱਡੇ ਪਹਿਲਵਾਨ ਦੀ ਵੀ ਚੀਕਾਂ ਕਢਾ ਸਕਦੇ ਨੇ ਕਿ ਉਸ 'ਚ ਜ਼ਿਆਦਾ ਸ਼ਕਤੀ ਹੋ ਜਾਂਦੀ ਹੈ, ਜਿਹੜੇ ਸੂਖਮ ਸਰੀਰ ਹੁੰਦੇ। ਅਤੇ ਇਸ ਕਰਕੇ ਫਿਰ ਜਦੋਂ ਇਹ ਤਾਕਤਵਰ ਜੰਮ ਆਉਂਦੇ ਨਾ, ਤਿੰਨ ਆਗਲੜਾ ਮੈਂ ਰਹਿਣ ਨਾ ਜਾਏ।
ਕਹਿੰਦੇ ਜੋ ਤਾਕਤਵਰ ਜਮ ਆਉਂਦੇ ਨੇ, ਤਣਾ ਮਣੇ ਤਾਕਤਵਰ ਜਮੇ, ਜਦੋਂ ਤਾਕਤਵਰ ਜਮਾਂ ਦਾ ਦੂੜਾ ਬਣੇ ਟੋਲਾ ਆਇਓ ਆਉਂਦਾ ਹੈ, ਤਿੰਨ ਆਗ ਲੜੈ ਮੈਂ ਰਹਿਣ ਨਾ ਜਾਏ। ਉਹਨਾਂ ਦੇ ਅੱਗੇ ਮੈਂ ਰਹਿ ਨਹੀਂ ਸਕਦਾ, ਟਿਕ ਨਹੀਂ ਸਕਦਾ, ਉਹਨਾਂ ਮੈਨੂੰ ਲੈ ਹੀ ਜਾਣਾ। ਕੋਈ ਕੋਈ ਸਾਜਨ ਆਏ ਕਹੈ, ਕੋਈ ਕੋਈ ਸੱਜਣ ਮਿੱਤਰ ਜਿਹੜਾ ਕਹਿੰਦਾ ਮਿਲ ਮੇਰੇ ਬੀਠਲਾ ਮੈਂ ਬਾਹਣੀ ਵਲਾਏ। ਹੇ ਮੇਰੇ ਪਰਮਾਤਮਾ, ਮੈਨੂੰ ਆਪਣੀ ਜੱਫੀ 'ਚ ਲੈ ਲਾ, ਬਾਂਹ ਵਲਾ ਕੇ ਮਿਲਣਾ, ਇਸ ਤਰ੍ਹਾਂ ਕਰ ਘੁੱਟ ਕੇ ਮਿਲਣਾ ਵੀ ਤੂੰ ਮੈਨੂੰ ਘੁੱਟ ਕੇ ਮਿਲ। ਕਹਿੰਦੇ ਤੇ ਕੋਈ ਕੋਈ ਹੈ, ਰੱਬ ਨੂੰ, ਰੱਬ ਦੀ ਪ੍ਰਾਪਤੀ ਤੇ ਕੋਈ ਕੋਈ ਚਾਹੁੰਦੇ ਨੇ, ਬਾਕੀ ਤਾਂ ਸੰਸਾਰ ਕੰਮਾਂ ਧੰਦਿਆਂ 'ਚ ਅਸੀਂ ਲੱਗੇ ਰਹਿੰਦੇ ਹਾਂ, ਸੰਸਾਰਕ ਚੀਜ਼ਾਂ ਹੀ ਮੰਗਦੇ ਰਹਿੰਦੇ ਹਾਂ। ਕਹਿੰਦੇ ਕੋਈ ਕੋਈ ਸਾਜਨ ਆਇਕ ਹੈ, ਕੋਈ ਕੋਈ ਸੱਜਣ ਹੈ ਜਿਹੜਾ ਆ ਕੇ ਕਹਿੰਦਾ, ਕੀ ਕਹਿੰਦਾ, ਕਿਉਂਕਿ ਉਦੋਂ ਕੌਮੇ ਇਨਵਰਟਡ ਕੌਮੇ ਨਹੀਂ ਸੀ ਹੁੰਦੇ, ਜੇ ਹੁੰਦੇ ਤਾਂ ਗੁਰੂ ਮੈਂ ਲਿਖਣਾ ਸੀ, ਕੋਈ ਕੋਈ ਸਾਜਨ ਆਏ ਕਹੈ ਕੌਮਾਂ ਪੁੱਠੇ ਕੌਮੇ ਸ਼ੁਰੂ, ਮਿਲ ਮੇਰੇ ਬੀਠਲਾ ਲੈ ਬਾਹਣੀ ਵਲਾਏ, ਮਿਲ ਮੇਰੇ ਰਮਈਆ ਮੈਂ ਲੈ ਛਡਾਏ। ਫਿਰ ਡੰਡੀ ਤੇ ਕੌਮੇ ਬੰਦ, ਇਸ ਤਰ੍ਹਾਂ ਲਿਖਣਾ ਸੀ। ਪਰ ਉਦੋਂ ਇਹ ਚੀਜ਼ਾਂ ਨੇ ਇਕੱਲੀ ਡੰਡੀ ਹੁੰਦੀ ਸੀ ਬਸ। ਕੋਈ ਕੋਈ ਸਾਜਨ ਆਏ ਕਹੇ, ਕੋਈ ਕੋਈ ਸੱਜਣ ਹੈ ਜਿਹੜਾ ਆ ਕੇ ਕਹਿੰਦਾ ਮਿਲ ਮੇਰੇ ਬੀਠਲਾ, ਹੇ ਮੇਰੇ ਪਰਮਾਤਮਾ ਲੈ ਬਾਹਣੀ ਵਲਾਏ, ਆਪਣੀ ਬਾਹਾਂ ਵਲ ਕੇ ਪਾ, ਮੈਨੂੰ ਆਪਣੀ ਬਾਹਾਂ 'ਚ ਵਲ ਲੈ ਪਾ, ਮੈਨੂੰ ਆਪਣੀ ਜੱਫੀ 'ਚ ਲੈ ਲਾ। ਇਹ ਕਹਿੰਦੇ ਕੋਈ ਕੋਈ ਮਿਲ ਮੇਰੇ ਰਮਈਆ ਮੈਂ ਲੈ ਛੜਾਏ। ਹੇ ਮੇਰੇ ਰਮਈਆ ਮੈਨੇ ਪਰਮਾਤਮਾ ਜਿਹੜਾ ਸਭ ਦੇ ਵਿੱਚ ਰਮਿਆ ਹੋਇਆ ਹੈ, ਉਹਨੂੰ ਕਹਿੰਦੇ ਰਮਈਆ। ਹੇ ਮੇਰੇ ਰਮਈਆ, ਹੇ ਮੇਰੇ ਪਰਮਾਤਮਾ, ਮੈਨੂੰ ਇਸ ਮਾਇਆ ਦੇ ਮੋਹ ਤੋਂ ਛੁਡਾ ਲੈ। ਕਿਉਂ ਮਾਇਆ ਦਾ ਮੋਹ ਟੁੱਟੇਗਾ ਤੇ ਆਪੇ ਹੀ ਫਿਰ ਜਿਹੜਾ ਨਾ ਜਮਾਂ ਦਾ ਡਰ ਤੇ ਨਾ ਹੋਰ ਕਿਸੇ ਦਾ ਡਰ। ਕਿਉਂ ਫਿਰ ਬੰਦਾ ਨਾਮ ਜਪੇਗਾ, ਜੋ ਨਾਮ ਜਪੇਗਾ ਜਮ ਆਉਣਗੇ ਨਹੀਂ ਲੈਣ, ਫਿਰ ਡਰ ਕਾਹਦਾ। ਤਾਂ ਕਿ ਸਈਆਂ ਭਏ ਕੋਤਵਾਲ ਤੋ ਡਰ ਕਾਹੇ ਕਾ। ਜਦੋਂ ਆਪਣਾ ਹੀ ਦੋਸਤ ਮਿੱਤਰ ਥਾਣੇਦਾਰ ਹੋਵੇ ਫਿਰ ਕਿਤੇ ਕਾਹਦਾ ਡਰ ਹੈ। ਕੋਤਵਾਲ ਹੀ ਜੇ ਆਪਣਾ ਹੈ ਫਿਰ ਕਹਿੰਦੇ ਡਰ ਕਾਹਦਾ ਹੈ। ਇਸ ਤਰ੍ਹਾਂ ਜਦੋਂ ਫਿਰ ਆਪਾਂ ਨਾਮ ਜਪਾਂਗੇ ਨਾ, ਫਿਰ ਇਹ ਜਮਦੂਤ ਸਾਨੂੰ ਲੈਣ ਹੀ ਨਹੀਂ ਆਉਂਦੇ, ਇਹਨਾਂ ਦਾ ਫਿਰ ਡਰ ਹੀ ਨਹੀਂ ਰਹਿੰਦਾ ਹੈ। ਨਹੀਂ ਤਾਂ ਫਿਰ ਇਹਨਾਂ ਦਾ ਡਰ ਬਣਿਆ ਰਹਿੰਦਾ ਵੀ ਇਹਨਾਂ ਫਿਰ ਆਉਣਾ ਹੀ ਆਉਣਾ ਰਹਾਓ। ਅਨੇਕ ਅਨੇਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਭਇਆ, ਮਾਇਆ ਮੂਠਾ ਚੇਤਸ ਨਾਹੀਂ, ਜਨਮ ਗਵਾਇਓ ਆਲਸੀਆ। ਹੇ ਆਲਸੀ ਮਨੁੱਖ, ਨਾਮ ਵੱਲੋਂ ਆਲਸੀ, ਨਾਮ ਵੱਲੋਂ ਮਨੁੱਖ ਆਲਸੀ ਹੈ, ਬੁਰੇ ਕੰਮਾਂ ਲਈ ਤਾਂ ਬੜਾ। ਸਿਮਰਨ ਵੇਲੇ ਢਿੱਲੇ, ਮਾੜੇ ਕੰਮ ਵੇਲੇ ਉਹ ਤੇਜ਼। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਨਾਮ ਜਪਣ ਵੇਲੇ ਨੀਂਦ ਆਉਂਦੀ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਜਿਹਨੂੰ ਨਾ ਆਵੇ ਉਹ ਤਾਂ ਗੱਲ ਬਣ ਜਾਣੀ ਹੈ। ਜਿਹਨੂੰ ਨਾਮ ਜਪਣ ਵੇਲੇ, ਬਾਣੀ ਪੜ੍ਹਨ ਵੇਲੇ ਨੀਂਦ ਨਾ ਆਵੇ ਤਾਂ ਉਹ ਤਾਂ ਫਿਰ ਗੱਲ ਬਣ ਜਾਣੀ ਹੈ। ਅਤੇ ਆਮ ਲੋਕਾਂ ਨੂੰ ਨਾਮ ਜਪਣ ਵੇਲੇ, ਬਾਣੀ ਪੜ੍ਹਨ ਵੇਲੇ ਨੀਂਦ ਆਉਂਦੀ ਹੈ ਜਾਂ ਭਾਂਤ ਭਾਂਤ ਦੇ ਖਿਆਲ ਆਉਂਦੇ ਨੇ, ਮਨ ਟਿਕਦੇ ਹੀ ਨਹੀਂ ਹੈਗਾ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਅਨੇਕ ਅਨੇਕ ਭੋਗ ਰਾਜ ਬਿਸਰੇ। ਇਹ ਜਿਹੜਾ ਮਨੁੱਖ ਹੈ ਅਨੇਕਾਂ ਭੋਗ ਭੋਗਣ 'ਤੇ ਲੱਗਾ ਹੋਇਆ, ਇਹ ਰਾਜ ਕਰਦਾ ਹੈ, ਕਈ ਪ੍ਰਕਾਰ ਦੇ ਭੋਗ ਭੋਗਦਾ ਹੈ, ਬਿਸਰੇ। ਇਹਨੂੰ ਰੱਬ ਭੁੱਲ ਹੀ ਜਾਂਦਾ, ਇਹਨੂੰ ਭੁੱਲ ਜਾਂਦਾ ਰੱਬ। ਸੰਸਾਰ ਸਾਗਰ ਪੈ ਅਮਰ ਪਿਆ, ਇਹ ਸੰਸਾਰ ਸਾਗਰ ਆਪਣੇ ਆਪ ਨੂੰ ਅਮਰ ਸਮਝਦਾ ਵੀ ਮੈਂ ਸਦਾ ਰਹਿਣਾ, ਮੈਂ ਸਦਾ ਰਹਿਣਾ। ਸੰਸਾਰ ਸਾਗਰ ਭਾਵ ਸੰਸਾਰ,
ਉਹ ਸੰਸਾਰ 'ਚ ਆਪਣੇ ਨੂੰ ਅਮਰ ਸਮਝਦਾ ਹੈ, ਸਦਾ ਰਹਿਣ ਵਾਲਾ ਸਮਝਦਾ ਹੈ। ਇਸ ਲਈ ਅਨੇਕਾਂ ਭੋਗਾਂ 'ਚ ਲੱਗ ਕੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਮਾਇਆ ਮੂਠਾ ਚੇਤਸ ਨਹੀਂ। ਜਿਵੇਂ ਜਿਹਨੂੰ ਇਹ ਭੁਲੇਖਾ ਹੈ ਕਿ ਮੈਂ ਬੜੇ ਸਾਲ ਜਿਉਣਾ, ਉਹ ਕਦੇ ਕੋਈ ਨਹੀਂ, ਬੁਢਾਪੇ 'ਚ ਨਾਮ ਜਪ ਲਾਂਗੇ, ਆਹ ਕੁੜੀ ਦਾ ਵਿਆਹ ਕਰ ਲਾਂ ਫਿਰ ਨਾਮ ਜਪਾਂਗੇ, ਆਹ ਮੈਂ ਜਵਾਕਾਂ ਦਾ ਵਿਆਹ ਕਰ ਲਾਂ ਵਿਹਲੇ ਹੋ ਕੇ ਫਿਰ ਨਾਮ ਜਪਾਂਗੇ। ਜਵਾਕਾਂ ਦਾ ਵਿਆਹ ਕਰਕੇ ਤੁਹਾਨੂੰ ਸਗੋਂ ਕੰਮ ਤੁਹਾਡਾ ਵੱਧ ਜਾਂਦਾ, ਘਟਦਾ ਨਹੀਂ ਹੈ, ਵੱਧ ਜਾਂਦਾ। ਤੁਸੀਂ ਕਹਿੰਦੇ ਹਾਂ ਵਿਆਹ ਕਰਕੇ ਗੰਗਾ ਨਹਾ ਲਏ ਜੀ, ਨਹੀਂ। ਜਿਹਦਾ ਵਿਆਹ ਕੀਤਾ ਉਹ ਤਾਂ ਭਾਵੇਂ ਗੰਗਾ ਨਹਾ ਲਿਆ, ਤੁਹਾਨੂੰ ਦੇ ਵਕਤ ਖੜਾ ਹੋ ਗਿਆ। ਪਹਿਲਾਂ ਤੁਸੀਂ 4 ਜੀ ਸੀ, ਸਪੋਜ਼ ਕਰੋ, ਜੇ ਤੁਹਾਡਾ ਬੱਚਾ ਇੱਕ ਵਾਰ 4 ਸੀ, ਇੱਕ ਤੋਰਿਆ 2 ਤੇ ਨਹਾਉਣ ਲੱਗ ਪਏ ਨੇ, ਵਾਧਾ ਹੋ ਗਿਆ, ਘਾਟਾ ਨਹੀਂ ਪਿਆ, ਵਾਧਾ ਹੋਇਆ। ਕਦੇ ਕੋਈ ਮਿਲਣ ਆ ਗਿਆ, ਕਦੇ ਕੋਈ ਮਿਲਣ ਆ ਗਿਆ, ਵਾਧਾ ਵੀ ਹੋ ਗਿਆ, ਖਰਚਾ ਵੀ ਹੋ ਗਿਆ। ਧੀ ਆਈ ਹੈ ਤਾਂ ਵੀ ਕੋਈ ਦੇ ਕੇ ਜਾਈ ਹੈ, ਤਾਂ ਵੀ ਦੇ ਕੇ ਤੋਰਨਾ ਪੈਣਾ। ਜਿਵੇਂ ਭੈਣ ਹੈ, ਭਰਾ ਮਿਲਣ ਜਾਂਦਾ ਹੈ, ਭੈਣ ਉਮੀਦ ਰੱਖਦੀ ਹੈ ਮੇਰਾ ਭਰਾ ਕੀ ਲੈ ਕੇ ਆਇਆ। ਜਦੋਂ ਜਾਣ ਲੱਗਦਾ ਫਿਰ ਸੋਚਦੀ ਕੀ ਦੇ ਕੇ ਜਾਏਗਾ। ਬਾਪ ਮਾਂ ਮਿਲਣ ਗਏ ਨੇ ਆਪਣੀ ਧੀ ਨੂੰ, ਤਾਂ ਧੀ ਉਮੀਦ ਰੱਖਦੀ ਹੈ ਮੇਰਾ ਮਾਂ ਬਾਪ ਮੇਰੇ ਲਈ ਕੁਛ ਲੈ ਕੇ ਆਉਣਗੇ ਅਤੇ ਜਾਂਦਿਆਂ ਹੋਏ ਮੈਨੂੰ ਕੁਛ ਦੇ ਕੇ ਜਾਣਗੇ। ਫਿਰ ਖਰਚਾ ਵੱਧ ਗਿਆ ਨਾ। ਇਹ ਤਾਂ ਮੈਨੂੰ ਐਵੇਂ ਹੀ ਕਹਿੰਦਾ ਮੈਂ ਵਿਆਹ ਕਰਕੇ ਗੰਗਾ ਨਹਾ ਲਾਂਗਾ, ਵਿਹਲਾ ਹੋ ਜਾਏਗਾ। ਨੋ, ਇਹ ਸਗੋਂ ਵੱਧ ਜਾਂਦੀ ਜ਼ਿੰਮੇਵਾਰੀ। ਸੋ ਇਹ ਮਨੁੱਖ ਅਗਿਆਨੀ ਹੋਣ ਕਰਕੇ ਇਹ ਜੇ ਵਧੀਆ ਸਮਾਂ ਉਸਨੂੰ ਟਾਲਦਾ ਰਹਿੰਦਾ, ਫਿਰ ਕਰ ਲਾਂਗਾ, ਫਿਰ ਕਰ ਲਾਂਗਾ, ਫਿਰ ਹੀ ਹੁੰਦਾ। ਸਾਡਾ ਇੱਕ ਟੀਚਰ ਸੀ, ਮੈਂ ਯਾਰ ਤੂੰ ਸਤਸੰਗ 'ਚ ਆਇਆ ਕਰ ਐਤਵਾਰ ਨੂੰ। ਕਹਿੰਦਾ ਵੇਲ ਨਹੀਂ ਲੱਗਦੀ। ਮੈਂ ਕਿਉਂ? ਰਿਟਾਇਰ ਹੋ ਕੇ ਆਵਾਂਗਾ। 2 ਸਾਲਾਂ ਰਿਟਾਇਰ ਹੋਣਾ ਸੀ ਉਹਨੇ। ਮੈਂ ਚੱਲ ਤੇਰੀ ਮਰਜ਼ੀ। ਮੈਨੂੰ ਪਤਾ ਸੀ ਜੇ ਹੁਣ ਨਹੀਂ ਹੁੰਦੇ ਰਿਟਾਇਰ ਹੋ ਕੇ ਕੀ ਹੋਣਾ। ਕਰ ਰਿਟਾਇਰ ਹੋ ਗਿਆ। ਮੈਂ ਇੱਕ ਦਿਨ ਉਹਦੀ ਗਲੀ 'ਚ ਲੰਘ ਰਿਹਾ ਸੀ, ਮੈਂ ਘਰ ਚਲੇ ਗਿਆ। ਮੈਂ ਚੱਲ ਨਾਲ ਹਾਲ ਚਾਲ ਪੁੱਛਣ। ਮੈਂ ਜੀ ਹੁਣ ਤਾਂ ਤੁਸੀਂ ਰਿਟਾਇਰ ਹੋ ਗਏ, ਹੁਣ ਆਇਆ ਕਰੋ ਐਤਵਾਰ ਨੂੰ। ਕਹਿੰਦਾ ਜਾਮ ਸਿੰਘ ਕਿੱਥੇ, ਮੇਰੀ ਨੂੰਹ ਦੇ ਘਰ ਬੱਚਾ ਹੋ ਗਿਆ ਅਤੇ ਮੇਰੀ ਕੁੜੀ ਦੇ ਹੋ ਗਿਆ ਹੈ। ਉਹ ਵੀ ਨੇੜੇ ਹੀ ਸਰਵਿਸ ਕਰਦੀ ਹੈ ਅਤੇ ਨੂੰਹ ਵੀ ਨੇੜੇ ਕਰਦੀ। ਉਹ ਕਹਿੰਦੀ ਮੈਨੂੰ ਕਹਿੰਦੇ ਵੀ ਬਾਪੂ ਜੀ ਅੱਜ ਤੁਸੀਂ ਸਾਡੇ ਬੱਚਿਆਂ ਨੂੰ ਸਾਂਭਿਆ ਕਰੋ, ਮਗਰੋਂ ਅਸੀਂ ਡਿਊਟੀ 'ਤੇ ਜਾਣਾ ਹੁੰਦਾ। ਮੈਂ ਆ ਰਿਹਾ ਫਿਰ ਤੂੰ ਰਿਟਾਇਰ ਹੋ ਕੇ ਆਵਾਂਗਾ। ਸੋ ਇਹ ਤਾਂ ਦਾਤਾ ਜਿਹੜਾ ਕਿਰਪਾ ਕਰੇ ਤਾਂ ਹੀ ਬੰਦਾ ਸਤਸੰਗ 'ਚ ਆਉਂਦਾ, ਨਹੀਂ ਤਾਂ ਟਾਲ ਬਟੋਲ ਕਰਦਾ ਰਹਿੰਦਾ। ਸੋ ਗੁਰੂ ਮਹਾਰਾਜ ਕਹਿੰਦੇ ਮਾਇਆ ਮੂਠਾ ਚੇਤਸ ਨਾਹੀਂ, ਜਨਮ ਗਵਾਇਓ ਆਲਸੀਆ। ਇਹ ਮਾਇਆ ਦਾ ਠੱਗਿਆ ਹੋਇਆ, ਮੂਠਾ ਮੈਨੇ ਠੱਗਿਆ ਹੋਇਆ। ਚੇਤਸ ਨਾਹੀਂ, ਇਹ ਰੱਬ ਨੂੰ ਯਾਦ ਹੀ ਨਹੀਂ ਕਰਦਾ। ਜਨਮ ਗਵਾਇਓ ਆਲਸੀਆ, ਇਸ ਆਲਸੀ ਨੇ ਇੱਕ ਮਨੁੱਖਾ ਜੀਵਨ ਹੀ ਗਵਾ ਲਿਆ। ਆਇਆ ਸੀ ਨਾਮ ਜਪਣ, ਨਾਮ ਜਪੇ ਨਹੀਂ, ਇਹਦਾ ਮਤਲਬ ਵਿਅਰਥ ਗਿਆ। ਤਿਵੇਂ ਤੁਸੀਂ ਆਪਣੇ ਬੱਚੇ ਨੂੰ ਸਕੂਲ 'ਚ ਪੜ੍ਹਨ ਭੇਜੋ, ਉਹ ਪੜ੍ਹੇ ਹੀ ਨਾ, ਅਤੇ ਫਿਰ ਇਹਦਾ ਬਸ ਸਾਲ ਐਵੇਂ ਹੀ ਗਿਆ ਇਹਨਾਂ ਦਾ, ਐਵੇਂ ਹੀ। ਪਰਮਾਤਮਾ ਨੇ ਸਾਨੂੰ ਮਹਾਤ ਲੋਕ 'ਚ ਭੇਜਿਆ, ਜੋ ਜਾ ਕੇ ਮੇਰਾ ਨਾਮ ਜਪਿਓ। ਅਸੀਂ ਜਪੇ ਹੀ ਨਹੀਂ, ਇਹਦਾ ਮਤਲਬ ਸਾਡਾ ਮਨੁੱਖਾ ਜੀਵਨ ਵਿਅਰਥ ਗਿਆ। ਜਿਸ ਕੰਮ ਸਾਨੂੰ ਪਰਮਾਤਮਾ ਨੇ ਭੇਜਿਆ ਸੀ ਉਹ ਅਸੀਂ ਕੀਤੇ ਹੀ ਨਹੀਂ। ਤੁਸੀਂ ਬੱਚੇ ਨੂੰ ਸਕੂਲ 'ਚ ਪੜ੍ਹਨ ਭੇਜਿਆ, ਉਹ ਸਕੂਲ ਜਾ ਕੇ ਪੜ੍ਹੇ ਹੀ ਨਹੀਂ, ਵਾਰਾਗਰਦੀ ਕਰਦੇ ਰਹੇ, ਫਿਰ ਐਵੇਂ ਕਿਹਾ ਨਾ। ਜਿਵੇਂ ਸਾਨੂੰ ਗੁੱਸਾ ਚੜ੍ਹੇਗਾ ਆਪਣੇ ਬੱਚੇ 'ਤੇ ਵੀ ਅਸੀਂ ਨੂੰ ਪੜ੍ਹਨ ਭੇਜਿਆ, ਫੀਸਾਂ ਦਿੱਤੀਆਂ, ਰੋਟੀ ਪਾਣੀ ਦਿੱਤਾ, ਕੱਪੜੇ ਦਿੱਤੇ, ਇਹ ਪੜ੍ਹੇ ਹੀ ਨਹੀਂ ਹੈਗੇ, ਫਿਰ ਉਹ ਛਿੱਤਰ ਹੀ ਖਾਏਗਾ ਨਾ। ਅਤੇ ਪਰਮਾਤਮਾ ਨੇ ਜਮਦੂਤ ਰੱਖੇ ਹੋਏ ਨੇ, ਆ ਜਾ ਵੀ ਸੱਜਣ ਦੱਸ ਦਿਆ ਤੈਨੂੰ, ਮੈਂ ਤੈਨੂੰ ਨਾਮ ਜਪਣ ਨੂੰ ਭੇਜਿਆ, ਤੂੰ ਇਹ ਮੇਰਾ ਨਾਮ ਹੀ ਨਹੀਂ ਜਪਿਆ। ਉਹ ਤਾਂ ਹੋਰ ਬਹਾਨੇ ਬੂਨੇ ਕੋਈ ਨਹੀਂ ਸੁਣਦੇ ਜੀ, ਮੈਂ ਜਵਾਕ ਵਿਆਹੁੰਦਾ ਰਿਹਾ ਜੀ, ਮੇਰੀ ਜ਼ਿੰਮੇਵਾਰ ਫੜਨ ਨਾ, ਉਹ ਕੁੱਟੀ ਜਾਂਦੇ ਨੇ। ਜਿਵੇਂ ਚੋਰ ਡਾਕੂ ਨੂੰ ਫੜ ਲਏ ਪੁਲਿਸ ਵਾਲੇ, ਉਹਦੇ ਸੁਣਦੇ ਥੋੜ੍ਹੇ ਨੇ, ਉਹਨੂੰ ਕੁੱਟੀ ਜਾਂਦੇ ਨੇ। ਪਹਿਲਾਂ ਤਾਂ ਉਹਨੂੰ ਮਨਾਉਂਦੇ ਨੇ ਤਾਂ ਉਹ ਕੁੱਟ ਖਾਂਦਾ, ਜਦੋਂ ਮੰਨ ਜਾਂਦਾ ਫਿਰ ਕੁੱਟ ਦੇਣੇ, ਤੂੰ ਕਿਉਂ ਕੀਤਾ।
ਤੁਸੀਂ ਜਾ ਕੇ ਸਾਫ਼ ਕਹਿ ਦਿਓ ਪੁਲਿਸ ਨੂੰ ਵੀ ਹਾਂ ਜੀ ਮੈਂ ਚੋਰੀ ਕੀਤੀ, ਉਹ ਫਿਰ ਵੀ ਕੁੱਟਣਗੇ। ਕਿਉਂ ਕੀਤੀ? ਜੇ ਨਹੀਂ ਮੰਨਦੇ ਤੁਸੀਂ ਪਹਿਲਾਂ ਕੁੱਟੀ ਜਾਣਗੇ, ਮਨਾ ਲੈਣਗੇ ਹਾਂ ਜੀ ਕੀਤੀ, ਫਿਰ ਕੁੱਟਣਗੇ ਕਿਉਂ ਕੀਤੀ। ਐਂ ਜਦੋਂ ਅਸੀਂ ਜਾਵਾਂਗੇ ਧਰਮਰਾਜ ਕੋਲੇ ਜਾਣ ਤੋਂ ਪਹਿਲਾਂ ਰਾਹ ਦੇ ਵਿੱਚ ਪੁਲਿਸ ਡਿਪਾਰਟਮੈਂਟ ਆ ਜਿਹਨੂੰ ਜਾਮ ਕਹਿੰਦੇ ਨੇ, ਉਹ ਸਾਨੂੰ ਕੁੱਟਦੇ ਹੀ ਲੈ ਜਾਣਗੇ। ਉਹ ਕੁੱਟਦੇ ਲੈ ਜਾਣਗੇ, ਕੁੱਟ ਖਾ ਲਈ। ਫਿਰ ਧਰਮਰਾਜ ਦੇ ਕੇ ਉਹਨੇ ਰਜਿਸਟਰ ਖੋਲ੍ਹ ਲਿਆ। ਉਹ ਫਿਰ ਕਹਿੰਦਾ ਹਾਂ ਕਰੋ, ਇਹਨੂੰ ਦਿਓ, ਆਹ ਸਜ਼ਾ ਇਸ ਨੂੰ ਦਿਓ। ਬੰਦਾ ਇਸ ਤਰ੍ਹਾਂ ਭੋਗਦਾ ਰਹਿੰਦਾ। ਫਿਰ ਜਦ ਸਜ਼ਾ ਭੋਗ ਲੈਂਦਾ ਹੈ, ਫਿਰ ਨਿਆਂ ਕੀਤਾ, ਫਿਰ ਜੱਜ ਕੋਲ ਜਾ ਬਈ। ਪਹਿਲਾਂ ਤਾਂ ਪੁਲਿਸ ਵਾਲੇ ਕੁੱਟ ਰਿਹਾ, ਸਜ਼ਾ ਬਥੇਰੀ ਦੇ ਲਈ, ਫਿਰ ਉਹਨੂੰ ਕੋਰਟ 'ਚ ਲੈ ਜਾਂਦੇ ਨੇ। ਫਿਰ ਜੱਜ ਕਹਿੰਦਾ ਚੱਲ ਬਈ 7 ਸਾਲ ਲਈ ਜੇਲ੍ਹ, 5 ਸਾਲ ਲਈ ਜੇਲ੍ਹ, ਆ ਚੱਲ। ਇਸੇ ਤਰ੍ਹਾਂ ਫਿਰ ਧਰਮਰਾਜ ਚੱਲ ਬਈ ਤੂੰ ਹੁਣ ਫਲਾਣੀ ਜੂਨੀ 'ਚ ਜਾ। ਇਸ ਤਰ੍ਹਾਂ ਮਨੁੱਖ ਦੂਰੇ ਦੁੱਖ ਪ੍ਰਾਪਤ ਕਰਦਾ। ਜਿਹੜੇ ਨਾਮ ਨਹੀਂ ਜਪਦੇ, ਮਾੜੇ ਕੰਮ ਕਰਦੇ ਨੇ, ਉਹਨਾਂ ਨੂੰ ਦੂਰੇ ਤੀਰੇ ਦੁੱਖ ਸਹਿਣੇ ਪੈਂਦੇ ਹਨ। ਤਾਂ ਵਾਰੀ ਬਣ ਕੇ ਭਾਈ ਅਸੀਂ ਨਾਮ ਜਪਣ ਆਏ ਹਾਂ। ਨਾਮ ਨੂੰ ਤਾਂ ਫਲ ਲੱਗਦਾ ਜੇ ਸਾਡੇ ਕਰਮ ਸ਼ੁਭ ਹੋਣ। ਜੇ ਕਰਮ ਸ਼ੁਭ ਨਹੀਂ, ਫਲ ਨਹੀਂ ਲੱਗਦਾ। ਹਰਿਮੰਦਰ ਸਾਹਿਬ ਤੇ ਸਰੋਵਰ ਤੁਸੀਂ ਕੀਤਾ ਇਸ਼ਨਾਨ, ਮਨ 'ਚ ਕਹਿ ਰਹੇ ਹੋ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਠੀਕ ਹੈ, ਜੋ ਪਾਪ ਕਰ ਰਿਹਾ ਸੀ ਬੰਦਾ ਇਸ਼ਨਾਨ ਤੋਂ ਪਹਿਲਾਂ, ਇਸ਼ਨਾਨ ਤੋਂ ਬਾਅਦ ਆ ਕੇ ਫਿਰ ਉਹੀ ਕਰਦਾ। ਫਿਰ ਜੈਸਾ ਨਹਾਤਾ ਜੈਸਾ ਨਾ ਨਹਾਤਾ। ਇਹਨੂੰ ਕਹਿੰਦੇ ਨੇ ਹਾਥੀ ਦਾ ਨਹਾਉਣਾ। ਹਾਥੀ ਲਿਬੜਿਆ ਹੋਇਆ, ਮਾਲਕ ਨੇ ਉਸਨੂੰ ਨਹਾਤਾ, ਉਹਨੂੰ ਜਦੋਂ ਛੱਡਦਾ ਉਹ ਆਪਣੀ ਸੁੰਡ ਦੇ ਨਾਲ ਚਿੱਕੜ ਆਪਣੇ ਉੱਤੇ ਫਿਰ ਪਾ ਲੈਂਦਾ। ਅਗਰ ਅਸੀਂ ਨਾਲ ਮਾੜੇ ਕੰਮ ਵੀ ਕਰਦੇ ਰਹੇ ਅਤੇ ਬਾਣੀ ਵੀ ਪੜ੍ਹਦੇ ਅਤੇ ਨਾਮ ਜਪਦੇ, ਸਾਨੂੰ ਕੋਈ ਫਲ ਨਹੀਂ ਮਿਲਣਾ। ਉਹ ਸਾਡੀ ਕੀਤੀ ਮਿਹਨਤ ਐਵੇਂ ਚਲੀ ਜਾਣੀ। ਅਗਲਾ ਕਹਿੰਦੇ ਇੰਨੇ ਸਾਲ ਹੋ ਗਏ ਜੀ, ਕੋਈ ਆਤਮਿਕ ਤਰੱਕੀ ਤਾਂ ਹੁੰਦੀ ਨਹੀਂ ਹੈ। ਉਹ ਕੋਈ ਨਾ ਕੋਈ ਅੰਦਰ ਬੁਰਾਈ ਹੈ, ਕੋਈ ਪ੍ਰਤੱਖ ਹੈ, ਕੋਈ ਲੁਕਵੀ ਹੈ। ਉਹ ਬੁਰਾਈ ਸਾਡੀ ਕਮਾਈ ਨੂੰ ਖਾਂਦੀ ਰਹਿੰਦੀ ਹੈ, ਇਸ ਲਈ ਸਾਡੀ ਗੱਲ ਪੜਦੀ ਨਹੀਂ। ਇਹ ਸ਼ਰਤ ਹੈ ਜਿਸ ਨੇ ਭਜਨ ਬੰਦਗੀ ਕਰਨੀ ਹੈ ਉਹਨੂੰ ਬੁਰਾਈਆਂ ਤਿਆਗਣੀਆਂ ਪੈਣੀਆਂ। ਬੁਰਾਈ ਤਿਆਗ ਕੇ ਜਦੋਂ ਅਸੀਂ ਭਜਨ ਬੰਦਗੀ ਕਰਾਂਗੇ, ਫਿਰ ਸਾਡਾ ਨਾਮ ਧਨ ਇਕੱਠਾ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਫਿਰ ਕਿਸੇ ਨਾ ਕਿਸੇ ਦਿਨ ਗੱਲ ਬਣ ਸਕਦੀ ਹੈ। ਬਾਕੀ ਧਰਮ 'ਚ ਕਾਲੇ ਨਹੀਂ ਪਿਆ ਜਾ ਸਕਦਾ। ਇਹ ਮਰਨ ਤੱਕ ਦੀ ਕਿਰਿਆ ਹੈ। ਇਹ ਕੋਈ ਸਾਲ 6 ਮਹੀਨੇ 2 ਸਾਲ ਦੀ ਨਹੀਂ। ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ। ਸਰੀਰ 'ਚ ਜਿੰਨਾ ਚਿਰ ਇੱਕ ਵੀ ਸਵਾਸ ਬਾਕੀ ਉਹਨਾਂ ਚਿਰ ਕਹਿੰਦੇ ਨਾਮ ਜਪੀ ਜਾਣਾ। ਭਾਵ ਮਰਨ ਤੱਕ ਨਾਮ ਜਪਦੇ ਹੀ ਰਹਿਣਾ। ਸਾਲਾਂ ਨਾਲ ਕੋਈ ਮਤਲਬ ਨਹੀਂ, ਦਿਨਾਂ ਨਾਲ ਕੋਈ ਮਤਲਬ ਨਹੀਂ, ਸਮੇਂ ਨਾਲ ਕੋਈ ਮਤਲਬ ਨਹੀਂ। ਸਾਸ ਸਾਸ ਸਿਮਰੋ ਗੋਬਿੰਦ, ਹਰ ਵਕਤ ਸਿਮਰਨ ਕਰਨਾ। ਜਦੋਂ ਤੁਸੀਂ ਦਿਮਾਗੀ ਕੰਮ ਕਰ ਰਹੇ ਹੋ ਉਸ ਸਮੇਂ ਨੂੰ ਛੱਡ ਕੇ, ਜਦੋਂ ਦਿਮਾਗੀ ਕੰਮ ਨਹੀਂ ਕਰਦੇ, ਕੋਈ ਸਰੀਰਕ ਕੰਮ ਕਰ ਰਹੇ ਹੋ ਜਾਂ ਸੈਰ ਕਰ ਰਹੇ ਹੋ, ਸਫ਼ਰ ਕਰ ਰਹੇ ਹੋ, ਲੇਟੇ ਹੋਏ ਹੋ, ਬੈਠੇ ਹੋਏ ਹੋ, ਦਿਮਾਗੀ ਕੰਮ ਨਹੀਂ ਕਰ ਰਹੇ, ਉਦੋਂ ਫਿਰ ਸਾਨੂੰ ਹੁਕਮ ਹੈ ਸਿਮਰਨ ਕਰੋ। ਤੁਸੀਂ ਮੰਨ ਲਓ ਡਿਊਟੀ ਦੇ ਰਹੇ ਹੋ ਦਫ਼ਤਰਾਂ ਦੇ ਵਿੱਚ, ਜਿੱਥੇ ਵੀ ਹੈ, ਉੱਥੇ ਦਿਮਾਗੀ ਕੰਮ ਹੈ ਤੁਹਾਡਾ। ਇੱਕ ਮਜ਼ਦੂਰ ਹੈ, ਉਹ ਹਲ ਵਾਹ ਰਿਹਾ, ਖੇਤੀਬਾੜੀ ਕਰ ਰਿਹਾ, ਕੋਈ ਗੁਡਾਈ ਕਰ ਰਿਹਾ, ਕੋਈ ਕੁਛ ਕਰ ਰਿਹਾ, ਦਿਮਾਗੀ ਕੰਮ ਨਹੀਂ ਕਰ ਰਿਹਾ। ਉਦੋਂ ਉਹਨੇ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਬਸ। ਜਦੋਂ ਦਿਮਾਗੀ ਕੰਮ ਹੈ, ਤੁਸੀਂ ਗਿਣਤੀ ਮਿਣਤੀ ਕਰ ਰਹੇ ਹੋ, ਉਦੋਂ ਤੁਹਾਨੂੰ ਇੱਕੋ ਹੀ ਕੰਮ ਕਰਨਾ ਚਾਹੀਦਾ। ਫਿਰ ਦੋ ਪਾਸੇ ਨਹੀਂ ਉਲਝਣਾ ਚਾਹੀਦਾ, ਫਿਰ ਨਹੀਂ ਤਾਂ ਕਿਸੇ ਪਾਸੇ ਕਾਮਯਾਬੀ ਨਹੀਂ ਮਿਲੇਗੀ। ਜਦੋਂ ਦਿਮਾਗੀ ਕੰਮ ਕਰੇ ਉਦੋਂ ਸਿਰਫ ਦਿਮਾਗੀ ਕੰਮ ਕਰਨਾ, ਉਦੋਂ ਸਿਮਰਨ ਨਹੀਂ ਕਰਨਾ। ਸਿਰਫ ਇੰਨਾ ਕਿ ਜੋ ਤੁਸੀਂ ਕੰਮ ਕਰੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਰਨਾ ਕਿ ਪਰਮਾਤਮਾ ਵੇਖ ਰਿਹਾ। ਮੈਨੂੰ ਮਾਲਕ ਇੰਨੀ ਦਿਹਾੜੀ ਦਿੰਦਾ, ਮਾਲਕ ਭਾਵੇਂ ਨਹੀਂ ਵੇਖ ਰਿਹਾ, ਮੈਨੂੰ ਪਰਮਾਤਮਾ ਵੇਖ ਰਿਹਾ। ਬਈ ਇਹਨੇ ਪੈਸੇ ਲੈ ਲਏ ਪੂਰੇ 8 ਘੰਟੇ ਦੇ, ਕੰਮ ਇਹਨੇ 6 ਘੰਟੇ ਕੀਤਾ, ਇਹ ਕੰਮ ਚੋਰ ਹੈ, ਇਹ ਕੰਮ ਚੋਰ ਹੈ। ਫਿਰ ਅਸੀਂ ਕਹਾਂਗੇ ਜੀ ਉਹ ਜੀ ਸਾਡੀ ਕੋਈ ਗੱਲ ਨਹੀਂ ਬਣ ਰਹੀ। ਗੱਲ ਇਸ ਲਈ ਬਣ ਰਹੀ ਤੂੰ ਆਪਣੀ ਡਿਊਟੀ ਹੀ ਠੀਕ ਨਹੀਂ ਕੀਤੀ।
ਤੂੰ ਉਸ 'ਚ ਕੰਮ ਚੋਰ ਰਿਹਾ, ਇਹਦਾ ਮਤਲਬ 6 ਘੰਟੇ ਕੰਮ ਕਰਕੇ ਤੂੰ 8 ਘੰਟੇ ਦੇ ਪੈਸੇ ਲੈ ਲੈ, 2 ਘੰਟੇ ਤੈਨੂੰ ਹਰਾਮ ਦੀ ਕਮਾਈ ਹੈ। ਕਰਮੀ ਕਰਮੀ ਹੋਏ ਵਿਚਾਰ, ਸਾਡੇ ਇੱਕ ਇੱਕ ਕਰਮ ਦਾ ਵਿਚਾਰ ਹੋਣਾ ਵੀ ਇਹਨੇ ਕੀ ਕੀਤਾ। ਇਸ ਲਈ ਬੜਾ ਹੀ ਸਾਵਧਾਨ ਰਹਿਣਾ ਪੈਂਦਾ ਭਜਨ ਬੰਦਗੀ ਵਾਲੇ ਨੂੰ। ਸੱਚਾ ਸੁੱਚਾ ਜੀਵਨ ਰੱਖਣਾ ਅਤੇ ਫਿਰ ਭਜਨ ਬੰਦਗੀ ਕਰਨੀ। ਫਿਰ ਥੋੜ੍ਹੀ ਜਿਹੀ ਭਜਨ ਬੰਦਗੀ ਨਾਲ ਵੀ ਸਰ ਜਾਂਦਾ। ਕੋਸ਼ਿਸ਼ ਕਰਨੀ ਅਸੀਂ, ਰਾਤੇ ਰਾਤ ਸੱਚਾ ਸੁੱਚਾ ਨਹੀਂ ਹੋ ਜਾਂਦਾ। ਉਹ ਵੱਡੇ ਭਾਗਾਂ ਵਾਲੇ ਬੱਚੇ ਹਨ ਜਿਹੜੇ ਛੋਟੀ ਉਮਰ 'ਚ ਇਸ ਪਾਸੇ ਲੱਗ ਜਾਂਦੇ ਹਨ। ਕਿਉਂ? ਉਹਨਾਂ 'ਤੇ ਜੇ ਕਲਯੁਗ ਦਾ ਅਸਰ ਨਹੀਂ ਹੋਇਆ ਹੁੰਦਾ, ਉਹ ਅਜੇ ਬੁਰਾਈਆਂ 'ਚ ਨਹੀਂ ਫਸੇ ਹੁੰਦੇ, ਉਹਨਾਂ ਦਾ ਮਨ ਠੀਕ ਹੁੰਦਾ, ਉਹ ਇਸ ਪਾਸੇ ਲੱਗੇ ਫਿਰ ਛੇਤੀ ਪ੍ਰਾਪਤੀ ਕਰਨ। ਜਿਹੜੇ ਭਗਤ ਬਣੇ, ਜਿਹੜੇ ਸੰਤ ਬਣੇ, ਉਹਨਾਂ ਦੇ ਜੀਵਨ ਪੜ੍ਹੋ, ਉਹ ਤਾਂ ਸ਼ੁਰੂ ਤੋਂ ਹੀ ਲੱਗ ਗਏ, ਉਹ ਤਾਂ ਛੋਟੀ ਉਮਰ 'ਚ ਹੀ ਲੱਗ ਗਏ। ਉਹਨਾਂ ਕੋਲ ਵੱਡੇ, ਬਹੁਤ ਹੀ ਵੱਡੇ, ਸਾਡੇ ਵਾਂਗੂ ਵੱਡੀ ਉਮਰ 'ਚ ਜਾ ਕੇ ਨਹੀਂ ਉਹ ਲੱਗੇ। ਵੱਡੀ ਉਮਰ ਤੱਕ ਜਾਂਦੇ ਤਾਂ ਕੋਈ ਨਾ ਕੋਈ ਬੁਰਾਈ ਅੰਦਰ ਆ ਜਾਂਦੀ ਹੈ। ਫਿਰ ਉਸ ਬੁਰਾਈ ਨੂੰ ਦੂਰ ਕਰਨਾ ਕਿਹੜਾ ਕੋਈ ਖਾਲਾ ਜੀ ਦਾ ਵੜਾ। ਕਹਿਣਾ ਆਸਾਨ ਹੈ, ਬੁਰਾਈ ਛੱਡਣੀ ਸੌਖਾ ਕੰਮ ਨਹੀਂ ਹੁੰਦਾ ਹੈਗਾ। ਇਹ ਤਾਂ ਭਾਗਾਂ ਵਾਲੇ ਲੋਕ ਨੇ ਜਿਹੜੇ ਬੁਰਾਈਆਂ ਤੋਂ ਬਚੇ ਹੋਏ ਹਨ। ਸੋ ਇਸ ਲਈ ਆਪਣੇ ਬੱਚੇ ਨੂੰ ਛੋਟੀ ਉਮਰ 'ਚ ਹੀ ਲਾ ਦੇਣਾ ਚਾਹੀਦਾ। ਛੋਟੀ ਉਮਰ 'ਚ ਯਾਦ ਸ਼ਕਤੀ ਤੇਜ਼ ਹੁੰਦੀ ਹੈ। ਆਪਣੇ ਹਰ ਇੱਕ ਬੱਚੇ ਨੂੰ ਜਪਜੀ ਸਾਹਿਬ ਇੱਕ, ਰਹਿ ਰਾਸ 2, ਸੋਹਲਾ ਸਾਹਿਬ 3, ਇਹ 3 ਬਾਣੀਆਂ ਹੌਲੀ ਹੌਲੀ ਯਾਦ ਕਰਾ ਲੈਣੀ ਚਾਹੀਦੀ। ਉਹਨਾਂ ਨੂੰ ਛੁੱਟੀਆਂ ਹੁੰਦੀਆਂ ਗਰਮੀਆਂ ਦੀਆਂ, ਉਹਦਾ ਲਾਲਚ ਦੇਤਾ, ਲੈ ਵੀ 2 ਪੌੜੀਆਂ ਸੁਣਾਈ, ਤੈਨੂੰ ਉਹਨੂੰ 5-7 ਰੁਪਈਏ ਦਿੱਤੇ, ਅਗਲੇ 2 ਹੋਰ ਸੁਣ ਲਈਆਂ। ਐਂ ਕਰਦੇ 15-20 ਦਿਨਾਂ 'ਚ ਉਹ ਜਿਹੜਾ ਹੈ ਯਾਦ ਕਰ ਲਏਗਾ ਜਪਜੀ ਸਾਹਿਬ। ਐਂ ਹੀ ਰਹਿ ਰਾਸ ਤੇ ਸੋਹਲੇ ਸਾਹਿਬ ਨੂੰ ਯਾਦ ਕਰਾ ਦਿਓ। ਜਿੰਨਾ ਚਿਰ ਨੌਕਰੀ 'ਤੇ ਨਹੀਂ ਲੱਗ ਜਾਂਦਾ, ਜਾਂ ਜਿੰਨਾ ਚਿਰ ਰੋਜ਼ਗਾਰ 'ਤੇ ਨਹੀਂ ਲੱਗ ਜਾਂਦਾ, ਉਹਨਾਂ ਚਿਰ ਉਹਨੂੰ ਇੰਨਾ ਪਾਠ ਹੀ ਬਹੁਤ ਹੈ। ਸਵੇਰੇ ਜਪਜੀ ਸਾਹਿਬ ਦਾ ਪਾਠ ਕਰ ਲਓ, ਸ਼ਾਮ ਨੂੰ ਰਹਿ ਰਾਸ ਦਾ ਕਰ ਲਓ, ਰਾਤ ਨੂੰ ਸੋਹਲੇ ਸਾਹਿਬ ਦਾ ਪਾਠ ਕਰ ਲਓ। ਜਦੋਂ ਆਪਾਂ ਰੋਜ਼ਗਾਰ 'ਤੇ ਲੱਗ ਗਏ, ਆਪਣਾ ਕੋਈ ਕਮਾਉਣ ਲੱਗ ਗਏ, ਫਿਰ ਸਵੇਰੇ 5 ਬਾਣੀ ਦਾ ਪਾਠ ਕਰਨਾ, ਸ਼ਾਮ ਨੂੰ ਰਹਿ ਰਾਸ ਕਰਨਾ, ਸੋਹਲੇ ਸਾਹਿਬ ਦਾ ਪਾਠ ਕਰਨਾ। ਕਿਉਂਕਿ ਫਿਰ ਸਾਨੂੰ ਥੋੜ੍ਹੀ ਵਿਹਲ ਹੁੰਦੀ, ਸਾਨੂੰ ਰੋਟੀ ਦੀ ਚਿੰਤਾ ਨਹੀਂ ਰਹਿੰਦੀ, ਕਿਉਂਕਿ ਅਸੀਂ ਰੋਜ਼ਗਾਰ 'ਤੇ ਲੱਗੇ ਹਾਂ। ਪੜ੍ਹਾਈ ਵੀ ਸਾਡੀ ਮੁੱਕ ਗਈ ਹੁੰਦੀ, ਉਦੋਂ ਸਾਨੂੰ ਵਿਹਲ ਹੁੰਦਾ ਇਸ ਕਰਕੇ। ਨਹੀਂ ਤਾਂ ਜਿਹੜੇ ਪੜ੍ਹਨ ਵਾਲੇ ਬੱਚੇ ਨੇ, ਉਹਨਾਂ ਨੂੰ ਮਹਾਂਪੁਰਖ ਕਹਿੰਦੇ ਸੀ ਇਹ 3 ਬਾਣੀ ਉਹਨਾਂ ਲਈ ਬਹੁਤ ਨੇ। ਫਿਰ ਮੈਂ ਪੁੱਛਿਆ ਸੀ ਵੀ ਜਿੱਦੇ ਬੱਚੇ ਦਾ ਪੇਪਰ ਹੋਵੇ, ਕਹਿੰਦੇ ਉਸ ਦਿਨ ਉਹਨੂੰ ਸਵੇਰੇ ਜਪਜੀ ਸਾਹਿਬ ਦੀ ਵੀ ਲੋੜ ਨਹੀਂ, ਇੰਨਾ ਟਾਈਮ ਨਹੀਂ ਉਹਦੇ ਕੋਲ। ਉਹ 5 ਵਾਰੀ ਮੂਲ ਮੰਤਰ ਦਾ ਜਾਪ ਕਰਕੇ ਇਮਤਿਹਾਨ 'ਚ ਜਾ ਕੇ ਬਹਿ ਜੇ। ਉਹਦਾ 5 ਵਾਰ ਦਾ ਵੀ ਪ੍ਰਵਾਨ ਹੈ, ਕਿਉਂਕਿ ਪਰਮਾਤਮਾ ਨੂੰ ਪਤਾ ਇਹਦਾ ਪੇਪਰ ਅੱਜ ਹੈਗਾ, ਇਹਦੇ ਕੋਲ ਟਾਈਮ ਨਹੀਂ ਹੈ। ਨਾਰਾਜ਼ ਤਾਂ ਸਾਡੇ ਨਾਲ ਹੁੰਦਾ ਉਹ ਵੀ ਤੁਸੀਂ ਵਿਹਲੜ ਹੋ, ਰਿਟਾਇਰ ਹੋ ਗਏ ਹੋ, ਕੰਮ ਨਹੀਂ, ਤੁਹਾਨੂੰ ਧੰਦਾ ਨਹੀਂ ਹੈ ਕੋਈ, ਹੈ ਤੁਹਾਨੂੰ ਕੱਲ੍ਹ ਦੀ ਰੋਟੀ ਦਾ ਕੋਈ ਫਿਕਰ ਨਹੀਂ ਹੈ, ਤੁਸੀਂ ਕਿਉਂ ਨਹੀਂ ਕਰਦੇ? ਸਾਨੂੰ ਜ਼ਿਆਦਾ ਕੁੱਟ ਪੈਣੀ ਹੈ ਅੱਜ ਅਸੀਂ ਵੱਡੇ ਬੈਠੇ ਹਾਂ ਤੁਹਾਡੇ ਨਾਲੋਂ। ਸਾਡੇ ਕੋਲ ਬਹਾਨੇ ਕੋਈ ਨਹੀਂ ਹੋਣਾ, ਉਹਨਾਂ ਕੁੱਟੀ ਤੁਰੇ ਜਾਣਾ। ਉਹਨਾਂ ਬਾਬਾ ਛਾਬਾ ਕੋਈ ਨਹੀਂ ਵੇਖ ਰਿਹਾ ਕਿਤੇ ਕਹੋ ਹਾਂ। ਜਿਵੇਂ ਇੱਕ ਦਿਨ ਰਘਵੀਰ ਸਿੰਘ ਜੀ ਕਹਿੰਦੇ, ਜੇ ਬਾਬਾ ਜੀ ਉੱਥੇ ਕੁਰਸੀ ਢਾਹ ਕੇ ਬੈਠੇ ਹੋਏ, ਕਿੱਥੇ ਉੱਥੇ ਕੁਰਸੀ ਬਾਬੇ ਸ਼ਾਮ, ਉਹ ਕੋਈ ਵਿਰਲਾ ਟਾਮ ਹੈ ਜਿਹਨੂੰ ਉੱਥੇ ਕੁਰਸੀ ਮਿਲੇਗੀ। ਬਸ ਕੁੱਟ ਦਾ ਧਿਆਨ ਧਰ ਕੇ ਲੱਗੇ ਰਹਿਣ ਵੀ ਕਿਸੇ ਤਰ੍ਹਾਂ ਕੁੱਟ ਤੋਂ ਬਚ ਜਾਈਏ, ਕਿ ਉੱਥੇ ਲਿਹਾਜ਼ ਤਾਂ ਕੋਈ ਹੈ ਨਹੀਂ, ਉੱਥੇ ਲਿਹਾਜ਼ ਨਹੀਂ, ਉੱਥੇ ਸਭ ਪਾਰਦਰਸ਼ੀ ਕੰਮ ਹੈ, ਕੋਈ ਗੁਪਤ ਕੰਮ ਨਹੀਂ ਹੈ, ਪਾਰਦਰਸ਼ੀ ਹੈ। ਇਸ ਲਈ ਕੋਸ਼ਿਸ਼ ਕਰਨੀ ਆਪਾਂ ਨੇ। ਆਪਾਂ ਨੂੰ ਪਤਾ ਤਾਂ ਲੱਗ ਹੀ ਗਿਆ ਵੀ ਕਿਹੜੀਆਂ ਬੁਰਾਈਆਂ ਹੁੰਦੀਆਂ। ਜਿਹੜਾ ਇੰਨੀ ਦੇਰ ਦਾ ਸਤ ਸੰਗਤ ਕਰ ਰਿਹਾ, ਉਹਨੂੰ ਪਤਾ ਤਾਂ ਹੁਣ ਤੱਕ ਲੱਗ ਹੀ ਗਿਆ। ਅਤੇ ਇਸ ਲਈ ਬਾਣੀ ਜਿਹੜਾ ਜਾਣਤ ਹੀ ਔਗਣ ਕਰੇ, ਵੀ ਪਤਾ ਇਹਨੂੰ ਵੀ ਜੋ ਮੈਂ ਕਰ ਰਿਹਾ ਇਹ ਗਲਤ ਹੈ, ਪਰ ਜਾਣ ਬੁੱਝ ਕੇ ਕਰਦਾ। ਜਦੋਂ ਜਾਣ ਬੁੱਝ ਕੇ ਗਲਤੀ ਕੀਤੀ ਜਾਵੇ, ਉਹਦੀ ਮੁਆਫੀ ਨਹੀਂ ਮਿਲਿਆ ਕਰਦੀ। ਅਣਜਾਣੇ 'ਚ ਹੋ ਜਾਏ, ਉਹਦੀ ਮੁਆਫੀ ਮਿਲ ਸਕਦੀ। ਜਿਵੇਂ ਛੋਟਾ ਬੱਚਾ ਕੋਈ ਗਲਤੀ ਕਰਦਾ, ਉਹਨੂੰ ਜੱਜ ਵੀ ਕੋਈ ਬਹੁਤੀ ਸਜ਼ਾ ਨਹੀਂ ਦਿੰਦਾ ਵੀ ਇਹ ਬੱਚਾ ਹੈ, ਅਣਜਾਣ ਹੈ, ਹੋ ਗਿਆ। ਇਸ ਵੱਡਾ ਜਦੋਂ ਗਲਤੀ ਕਰਦਾ, ਉਹਨੂੰ ਫਿਰ ਸਜ਼ਾ ਮਿਲਦੀ। ਤੈਨੂੰ ਤਾਂ ਪਤਾ ਸੀ,
ਮੈਨੂੰ ਤੇ ਰਘਵੀਰ ਸਿੰਘ ਨੂੰ ਤੁਹਾਡੇ ਤੋਂ ਵੀ ਵੱਧ ਸਜ਼ਾ ਮਿਲਣੀ ਹੈ ਕਿਸੇ ਵੀ ਸਾਡੇ ਕੰਮ ਦੀ, ਅਗਰ ਗਲਤ ਹੈ ਤਾਂ। ਉਹ ਕਹੇ ਅੱਛਾ ਤੁਸੀਂ ਤਾਂ ਲੋਕਾਂ ਨੂੰ ਦੱਸਦੇ ਸੀ, ਤੁਸੀਂ ਕਿਉਂ ਕੀਤਾ? ਮੈਨੂੰ ਤਾਂ ਆਹੀ ਡਰ ਰਹਿੰਦਾ, ਸੱਚੀ ਗੱਲ ਹੈ ਵੀ ਮੇਰੇ ਤਾਂ ਕੁੱਟੀ ਬੜੀ ਪੈਣੀ ਹੈ ਵੀ ਤੈਨੂੰ ਤਾਂ ਗਿਆਨ ਸੀ, ਤੂੰ ਕਿਉਂ ਕੀਤਾ? ਫਿਰ ਮੈਂ ਕੀ ਕਹਾਂਗਾ ਅੱਗੋਂ? ਮੇਰੇ ਕੋਲ ਜਵਾਬ ਹੀ ਕੋਈ ਨਹੀਂ ਹੁਣ। ਬਸ ਠੀਕ ਹੈ, ਫਿਰ ਲੇਟ ਜਾ ਚੁੱਪ ਕਰਕੇ ਤੇ ਕੁੱਟ ਖਾਈ ਜਾ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਹੇ ਆਲਸੀਆ, ਤੂੰ ਮਾਇਆ ਦਾ ਠੱਗਿਆ ਹੋਇਆ, ਤੂੰ ਰੱਬ ਨੂੰ ਯਾਦ ਨਹੀਂ ਕਰਦਾ, ਤੂੰ ਆਪਣਾ ਮਨੁੱਖਾ ਜੀਵਨ ਹੀ ਗਵਾ ਲਿਆ ਹੈ। ਵਿਖਮ ਘੋਰ ਪੰਥ ਚਾਲਣਾ ਪ੍ਰਾਣੀ, ਰੱਬ ਸੱਸ ਤਹਿ ਨਾ ਪ੍ਰਵੇਸ਼ੰ, ਮਾਇਆ ਮੋਹ ਤਾਂ ਬਿਸਰ ਗਿਆ, ਜਾਂ ਤਜੀਏ ਸੰਸਾਰੰ। ਵਿਖਮ ਘੋਰ ਬਹੁਤ ਔਖਾ, ਜਿੱਥੇ ਗੁੱਪ ਹਨੇਰਾ, ਪੰਥ ਰਸਤਾ। ਕਹਿੰਦੇ ਹੇ ਇਨਸਾਨ, ਤੂੰ ਉਸ ਰਾਹ 'ਤੇ ਚੱਲਣਾ ਜਿੱਥੇ ਘੁੱਪ ਹਨੇਰਾ ਹੈ ਅਤੇ ਬਹੁਤ ਔਖਾ ਰਾਹ ਹੈ। ਉੱਥੇ ਇੰਨਾ ਘੁੱਪ ਹਨੇਰਾ ਹੈ, ਰੱਬ ਸਸ ਤਹਿ ਨਾ ਪ੍ਰਵੇਸ਼ੰ, ਕਿ ਉੱਥੇ ਸੂਰਜ ਅਤੇ ਚੰਨ ਦਾ ਵੀ ਪ੍ਰਵੇਸ਼ ਨਹੀਂ ਪਾ, ਉੱਥੇ ਸੂਰਜ ਚੰਨ ਦੀ ਵੀ ਰੋਸ਼ਨੀ ਨਹੀਂ ਹੈ। ਜਿਨ੍ਹਾਂ ਦੀਆਂ ਸਮਾਧੀਆਂ ਲੱਗਦੀਆਂ ਸਨ, ਮੈਂ ਉਹਨਾਂ ਦੇ ਜੀਵਨ ਪੜ੍ਹੇ, ਉਹ ਕਹਿੰਦੇ ਜਦੋਂ ਸਮਾਧੀ ਲੱਗਦੀ ਨੇ, ਇਹ ਬੰਦਾ ਉੱਪਰ ਨੂੰ ਉੱਡਣਾ ਸ਼ੁਰੂ ਹੋ ਜਾਂਦਾ, ਸਰੀਰ ਇੱਥੇ ਬੈਠਾ ਹੁੰਦਾ ਉਹਦਾ, ਉਹਨੂੰ ਐਂ ਲੱਗਦਾ ਮੈਂ ਉੱਡਦਾ ਜਾ ਰਿਹਾ ਹਾਂ। ਕਹਿੰਦੇ ਉੱਪਰ ਨੂੰ ਜਾਈ ਜਾਂਦਾ, ਚੰਨ ਦੇ ਕੋਲੋਂ ਵੀ ਲੰਘ ਜਾਂਦਾ, ਉੱਪਰ ਜਾਈ ਜਾਂਦਾ, ਫਿਰ ਸੂਰਜ ਆਉਂਦਾ, ਉਹ ਤੋਂ ਵੀ ਲੰਘ ਜਾਂਦਾ, ਫਿਰ ਜਾਈ ਜਾਂਦਾ, ਫਿਰ ਤਾਰੇ ਆਉਂਦੇ ਨੇ, ਉਹਨਾਂ ਤੋਂ ਉੱਪਰ ਲੰਘ ਜਾਂਦਾ, ਉਹਨਾਂ ਤੋਂ ਉੱਪਰ ਜਾ ਕੇ ਫਿਰ ਪੁਰੀਆਂ ਸ਼ੁਰੂ ਹੁੰਦੀਆਂ ਨੇ, ਉਹ ਬ੍ਰਹਮਪੁਰੀ, ਸ਼ਿਵਪੁਰੀ, ਵਿਸ਼ਨੂਪੁਰੀ, ਇਹਨਾਂ ਤਾਂ ਟੱਪਦਾ ਜਾਂਦਾ, ਅਤੇ ਅਖੀਰਲੀ ਪੁਰੀ ਜਿਹੜੀ ਤਰੂ ਭਗਤ ਦੀ ਆਉਂਦੀ ਹੈ, ਉਹ ਜਦੋਂ ਪੁਰੀ ਤੋਂ ਉੱਪਰ ਟੱਪਦਾ, ਖਾਲੀ ਆਉਂਦਾ, ਕਿੰਨਾ ਸਮਾਂ ਕੋਈ ਚੀਜ਼ ਨਹੀਂ ਹੁੰਦੀ ਉੱਥੋਂ ਅੱਗੇ। ਹਾਂ, ਉਹਨੂੰ ਐਂ ਲੱਗਦਾ ਕੁਛ ਨਹੀਂ ਹੈ, ਸੂਰਜ ਚੰਨ ਤਾਰੇ ਸਭ ਹੇਠਾਂ ਰਹਿ ਗਏ ਨੇ, ਕਿੰਨਾ ਗੈਪ ਅੱਗੇ ਸੱਚਖੰਡ 'ਚ ਹੁੰਦਾ। ਫਿਰ ਉਹਨੂੰ ਇੱਕ ਬਹੁਤ ਵੱਡਾ ਚਮਕਦਾ ਹੈ ਨਗਰ ਦਿਖਾਈ ਦਿੰਦਾ ਹੈ, ਉਹ ਫਿਰ ਜਿਹੜਾ ਹੈ ਸੱਚਖੰਡ, ਐਕਚੁਅਲੀ ਉਹ ਸੱਚਖੰਡ ਦਾ ਹਿੱਸਾ ਹੈ। ਉਹਨੂੰ ਕਹਿੰਦੇ ਨੇ ਕਰਮਖੰਡ, ਜਿੱਥੇ ਸੰਤ ਮਹਾਤਮਾ, ਗੁਰੂ, ਪੀਰ, ਪੈਗੰਬਰ ਇਹ ਸਾਰੇ ਰਹਿੰਦੇ ਨੇ। ਸੱਚਖੰਡ ਦਾ ਉਹ ਕੰਪਲੈਕਸ ਹੈ ਸੱਚਖੰਡ ਦਾ ਹਿੱਸਾ, ਪਰ ਉਸ ਦੇ ਵਿੱਚ ਇੱਕ ਸੋਨੇ ਦਾ ਮਹਿਲ ਹੈ, ਜਿਸ ਦੇ ਸਿਰ 'ਤੇ ਸਿਰ ਪਰਮਾਤਮਾ ਰਹਿੰਦਾ। ਜਿਸ ਮਹਿਲ 'ਚ ਪਰਮਾਤਮਾ ਰਹਿੰਦਾ ਉਹਨੂੰ ਕਹਿੰਦੇ ਨੇ ਸੱਚਖੰਡ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਰਿਹਾਲ, ਉੱਥੇ ਹੋਰ ਕੋਈ ਨਹੀਂ ਰਹਿੰਦਾ। ਇਹ ਜਿੰਨੇ ਨੇ ਗੁਰੂ, ਪੀਰ, ਪੈਗੰਬਰ, ਇਹ ਸਾਰੇ ਜਿਹੜੇ ਨੇ ਇਹ ਕਰਮਖੰਡ 'ਚ ਰਹਿੰਦੇ। ਕਰਮਖੰਡ ਅਤੇ ਸੱਚਖੰਡ ਇੱਕੋ ਕੰਪਲੈਕਸ ਹੈ। ਇਸ ਲਈ ਤੁਸੀਂ ਜਦੋਂ ਜਪਜੀ ਸਾਹਿਬ ਪੜ੍ਹਦੇ ਹੋ ਤਾਂ ਪੰਜਵੀਂ ਜਿਹੜੀ ਹੈ ਅਵਸਥਾ ਉਹ ਸੱਚਖੰਡ ਦੀ ਆਉਂਦੀ ਹੈ। ਕਰਮਖੰਡ ਅਤੇ ਸੱਚਖੰਡ ਅੱਡ ਨਹੀਂ ਹੈਗੀਆਂ। ਪਹਿਲੀ ਤਾਂ ਆ ਗਈ ਧਰਮਖੰਡ, ਦੂਜਾ ਖੰਡ ਆ ਗਿਆ ਗਿਆਨਖੰਡ, ਤੀਜਾ ਆ ਗਿਆ ਸ਼ਰਮਖੰਡ, ਚੌਥਾ ਹੈ ਕਰਮਖੰਡ, ਪੰਜਵੇਂ ਸੱਚਖੰਡ। ਸੱਚਖੰਡ ਸਿਰ 'ਤੇ ਸਿਰ ਪਰਮਾਤਮਾ ਰਹਿੰਦਾ, ਉਹ ਇਕੱਲਾ ਹੀ ਉਹਦਾ ਮਹਿਲ ਹੈ। ਜਿਵੇਂ ਆਪਾਂ ਕਹਿੰਦੇ ਜੀ ਰਾਜੇ ਦਾ ਮਹਿਲ ਹੈ, ਮੋਤੀ ਮਹਿਲ, ਨਿਊ ਮਹਿਲ, ਜੋ ਵੀ ਕਹਿੰਦੇ ਆ, ਪਰ ਉੱਥੇ ਇਕੱਲਾ ਰਾਜਾ ਨਹੀਂ ਰਹਿੰਦਾ, ਕਿੰਨੇ ਹੋਰ ਕਰਮਚਾਰੀਆਂ ਦੇ ਕੁਆਰਟਰ ਨੇ, ਪਰ ਇੱਕ ਕੋਠੀ ਉਹਦੇ ਵਿੱਚ ਰਾਜੇ ਦੀ ਅਤੇ ਰਾਣੀ ਦੀ ਹੈ, ਜਿੱਥੇ ਰਾਜਾ ਰਾਣੀ ਰਹਿੰਦੇ ਨੇ। ਵਾਜਦਾ ਸਾਰਾ ਹੀ ਮੋਤੀ ਮਹਿਲ, ਜੋ ਵੀ ਉਹਨੂੰ ਕਹਿੰਦੇ ਨੇ, ਰਾਜੇ ਵਾਜਦਾ ਸਾਰਾ ਹੀ ਰਾਜੇ ਦਾ ਮਹਿਲ ਹੈ, ਪਰ ਰਾਜੇ ਦਾ ਜਿਹੜੀ ਕੋਠੀ ਹੈ ਉਹਦੇ ਵਿੱਚ ਹੀ ਕੰਪਲੈਕਸ ਦੇ ਵਿੱਚ ਉਹ ਅੱਡ ਹੈ, ਬਾਕੀ ਕਰਮਚਾਰੀ ਦੇ ਹਨ ਉਸੇ ਕੰਪਲੈਕਸ 'ਚ ਹੀ, ਉਹ ਹਨ ਅੱਡ। ਇਸੇ ਤਰ੍ਹਾਂ ਜਿਹੜੇ ਗੁਰੂ, ਪੀਰ, ਪੈਗੰਬਰ, ਬ੍ਰਹਮ ਗਿਆਨੀ ਹੋ ਗਏ ਨੇ, ਉਹ ਰਹਿੰਦੇ ਉਸ ਕੰਪਲੈਕਸ 'ਚ ਹੀ ਨੇ, ਪਰ ਜਿਹਨੂੰ ਸੱਚਖੰਡ ਕਹਿੰਦੇ ਉੱਥੇ ਇਕੱਲਾ ਅਤੇ ਇਕੱਲਾ ਪਰਮਾਤਮਾ ਹੀ ਰਹਿੰਦਾ ਹੈ। ਜਿਨ੍ਹਾਂ ਨੇ ਇਸ ਤਰ੍ਹਾਂ ਅਭਿਆਸ ਕੀਤੇ, ਉਹਨਾਂ ਨੇ ਅਨੁਭਵ ਕੀਤਾ, ਉਹਨਾਂ ਨੇ ਆਪਣੀ ਕਿਤਾਬਾਂ 'ਚ ਫਿਰ ਇਸ ਤਰ੍ਹਾਂ ਲਿਖਿਆ ਹੋ। ਤੋ ਇਸ ਲਈ ਸੂਰਜ ਚੰਨ 'ਤੇ ਕਿਤੇ ਨੀਵੇਂ ਰਹਿ ਜਾਂਦੇ ਨੇ, ਕਿਤੇ ਨੀਵੇਂ ਰਹਿ ਜਾਂਦੇ ਨੇ, ਉਹ ਤਾਂ ਬਹੁਤ ਉੱਚੇ ਨੇ।
ਕਹਿੰਦੇ ਹੇ ਇਨਸਾਨ, ਤੂੰ ਉੱਥੇ ਉਸ ਧਰਮਰਾਜ ਕੋਲ ਪਹੁੰਚਣਾ ਜਿੱਥੇ ਸੂਰਜ ਚੰਨ ਦਾ ਵੀ ਚਾਨਣ ਨਹੀਂ ਹੈਗਾ, ਅਤੇ ਰਾਜ ਗੁੱਪ ਹਨੇਰਾ। ਗੁੱਪ ਹਨੇਰੇ 'ਚ ਤੁਰਨਾ ਫਿਰਨਾ ਕਿੰਨਾ ਔਖਾ, ਇਸ ਲਈ ਸਮਝਾ ਰਹੇ ਨੇ। ਬਿਖਮ ਘੋਰ ਪੰਥ ਚਾਲਣਾ, ਬਿਖਮ ਔਖੇ ਨੂੰ ਕਹਿੰਦੇ, ਹਿੰਦੀ ਦਾ ਸ਼ਬਦ ਹੈ ਵਿਸ਼ਮ, ਉਸ ਤੋਂ ਗੁਰਬਾਣੀ ਬਣਾਇਆ ਬਿਖਮ। ਬਿਖਮ ਘੋਰ ਵੀ ਬਹੁਤ ਔਖਾ ਪੰਥ ਚਾਲਣਾ, ਤੂੰ ਬਹੁਤ ਹੀ ਕਠਿਨ ਰਾਹ 'ਤੇ ਚੱਲਣਾ। ਹੇ ਪ੍ਰਾਣੀ, ਰਵ ਸਸ, ਰਵੀ ਸੂਰਜ ਨੂੰ ਕਹਿੰਦੇ ਨੇ, ਸ਼ਸ਼ੀ ਹਿੰਦੀ ਚੰਦਰਮਾ ਨੂੰ ਕਹਿੰਦੇ, ਪਰ ਗੁਰਬਾਣੀ ਆਪਾਂ ਨੂੰ ਸਾਰਿਆਂ ਨੂੰ ਰਵੀ ਨਹੀਂ ਪੜ੍ਹਦੇ, ਰਵ ਪੜ੍ਹਦੇ, ਉਹਨੂੰ ਸ਼ਸ਼ੀ ਨਹੀਂ ਪੜ੍ਹਦੇ, ਸਸ ਪੜ੍ਹਦੇ। ਹੈ ਸ਼ਸ਼ੀ ਹੀ। ਅਗਰ ਕੋਈ ਹਿੰਦੀ ਵਾਲਾ ਇਸ ਨੂੰ ਪੜ੍ਹਦਾ ਨਾ, ਉਹ ਕਹਿੰਦਾ ਬਿਖਮ ਘੋਰ ਪੰਥ ਚਾਲਨਾ ਪ੍ਰਾਣੀ, ਰਵ ਰਵੀ ਸ਼ਸ਼ੀ ਤਹ ਨਾ ਪ੍ਰਵੇਸ਼ੰ, ਉਹ ਹੈ ਪੜ੍ਹਦੇ ਬਾਣੀ ਨੂੰ। ਮੰਨ ਲਓ ਉਹਨੇ ਸੰਥਿਆ ਨਹੀਂ ਲਈ, ਕਿਸੇ ਹਿੰਦੀ ਵਾਲੇ ਨੇ ਸੰਥਿਆ ਸਪੋਜ਼ ਕਰ ਨਹੀਂ ਲਈ, ਉਹਨੂੰ ਕਹ ਪੜ੍ਹੋ ਜੀ, ਉਹ ਇਹਨੂੰ ਪੜ੍ਹੂਗਾ ਬਿਖਮ ਘੋਰ ਪੰਥ ਚਾਲਨਾ ਪ੍ਰਾਣੀ, ਰਵੀ ਸ਼ਸ਼ੀ ਤਹ ਨਾ ਪ੍ਰਵੇਸ਼ੰ, ਉਹਨੂੰ ਐ ਪੜ੍ਹੂਗਾ। ਲਿਖਿਆ ਉਸੇ ਤਰ੍ਹਾਂ ਹੀ ਹੈ। ਸਪੈਲਿੰਗ ਗੁਰੂਆਂ ਨੇ ਉਹੀ ਪਾਏ ਹੋਏ ਨੇ, ਸਪੈਲਿੰਗ ਇਹੀ ਨੇ। ਰਵੀ ਦੇ ਉਹ ਹਿੰਦੀ ਪੰਜਾਬੀ ਹਿੰਦੀ ਲਿਖਦੇ ਵਾਵਣ ਸਿਹਾਰੀ ਹੁੰਦੀ ਹੈ, ਸ਼ਸ਼ੀ ਵੀ ਸਿਹਾਰੀ ਹੁੰਦੀ ਹੈ, ਉਸ 'ਤੇ ਚੰਦਰਮਾ ਨੂੰ ਕਹਿੰਦੇ ਨੇ। ਸਪੈਲਿੰਗ ਉਹੀ ਪਾਏ ਹੋਏ ਨੇ, ਪਰ ਗੁਰਬਾਣੀ ਦੇ ਨਿਯਮ ਅਨੁਸਾਰ ਅਸੀਂ ਇਸ ਨੂੰ ਰਵ ਸਸ ਪੜ੍ਹਦੇ ਹਾਂ। ਉੱਥੇ ਕਹਿੰਦਾ ਸੂਰਜ ਅਤੇ ਚੰਨ ਦਾ ਤਾਂ ਪ੍ਰਵੇਸ਼ ਹੀ ਨਹੀਂ, ਉੱਥੇ ਸੂਰਜ ਅਤੇ ਚੰਨ ਦੀ ਰੋਸ਼ਨੀ ਹੀ ਨਹੀਂ। ਜਿਸ ਰਾਹ 'ਤੇ ਹੈ ਇਨਸਾਨ ਤੂੰ ਜਾਣੇ ਮਰਨ ਤੋਂ ਬਾਅਦ। ਮਾਇਆ ਮੋਹ ਤਾਂ ਵਿਸਰ ਗਿਆ, ਜਾਂ ਤਜੀਏ ਲੈ ਸੰਸਾਰੰ, ਤਾਜ ਹੁੰਦਾ ਛੱਡਣਾ। ਜਦੋਂ ਇਹ ਸੰਸਾਰ ਨੂੰ ਤੂੰ ਛੱਡ ਕੇ ਜਾਏਗਾ ਨਾ, ਮਰ ਜਾਏਗਾ ਨਾ, ਇਹ ਮਾਇਆ ਦਾ ਉਹ ਮੋਹ ਤਾਂ ਵਿਸਰ ਜਾਣਾ। ਮਾਇਆ ਨੂੰ ਥੋੜ੍ਹਾ ਯਾਦ ਰਹਿਣਾ, ਮਰਨ ਯਾਦ ਰਹਿਣਾ। ਉਹ ਮਾਇਆ ਦੇ ਮੋਹ 'ਚ ਆ ਕੇ ਜੋ ਉਹਨੇ ਫਿਰ ਕਰਮ ਕੀਤੇ, ਉਹ ਫਿਰ ਬੰਦੇ ਨੂੰ ਭੁਗਤਣੇ ਪੈਂਦੇ। ਮਾਇਆ ਕਮਾਉਣ ਤੋਂ ਗੁਰਬਾਣੀ ਸਾਨੂੰ ਮਨ੍ਹਾ ਨਹੀਂ ਕਰਦੀ। ਜਦੋਂ ਮੋਹ ਹੁੰਦਾ ਫਿਰ ਬੰਦਾ ਗਲਤ ਕੰਮਾਂ ਨਾਲ ਮਾਇਆ ਕਮਾਉਂਦਾ ਹੈ। ਜਦੋਂ ਮੋਹ ਹੁੰਦਾ ਫਿਰ ਹਾਏ ਹੋਰ ਮਾਇਆ ਚਾਹੀਦੀ ਹੈ, ਹੋਰ ਚਾਹੀਦੀ ਹੈ, ਹੋਰ ਆ ਜਿਹੜੇ ਵੱਡੇ ਵੱਡੇ ਅਮੀਰ ਨੇ, ਇਹ ਰਾਜੇ ਨੇ ਹੀ ਨਹੀਂ, ਰੱਜ ਨਹੀਂ ਰਹੇ। ਆਹ ਵੀ ਮਿਲ ਜੇ, ਆਹ ਵੀ ਮਿਲ ਜੇ, ਆਹ ਵੀ ਮਿਲ ਜੇ, ਆਹ ਵੀ ਖਰੀਦ ਲਈ। ਹਾਲਾਂਕਿ ਅਰਬਾਂ ਖਰਬਾਂ ਰੁਪਈਏ ਉਹਨਾਂ ਕੋਲ ਨੇ, ਇੰਨੇ ਰੁਪਈਏ ਨੇ ਕਿ ਸਾਰੀ ਹਿੰਦੁਸਤਾਨ ਦੀ ਸਰਕਾਰ ਹੀ ਉਹਨਾਂ ਖਰੀਦ ਲਈ ਹੈ। ਬੋਲੋ, ਮੈਂ ਕਈ ਕਹਾਂ ਯਾਰ ਲੋਕ ਕਿਉਂ ਨਾ ਮਾਇਆ ਮਗਰ ਜਾਣ, ਮਾਇਆ 'ਚ ਤਾਕਤ ਹੀ ਇੰਨੀ ਤਾਂ ਲੋਕ ਮਾਇਆ ਮਗਰ ਲੱਗੇ ਹੋਏ ਹਨ। ਪਰ ਗੁਰਬਾਣੀ ਕਹਿੰਦੇ ਨਹੀਂ, ਮਾਇਆ ਕਮਾਉਣੀ ਹੈ, ਮਾਇਆ ਦੇ ਮਗਰ ਨਹੀਂ ਲੱਗਣਾ। ਜੇ ਤੁਸੀਂ ਮਾਇਆ ਦੇ ਮਗਰ ਲੱਗੋਗੇ, ਮਾਇਆ ਦੇ ਮੋਹ 'ਚ ਹੋਗੇ, ਫਿਰ ਤੁਸੀਂ ਚੋਰੀਆਂ ਕਰੋਗੇ, ਡਾਕੇ ਮਾਰੋਗੇ, ਠੱਗੀਆਂ ਕਰੋਗੇ, ਮਿਲਾਵਟਾਂ ਕਰੋਗੇ, ਧੋਖਾਧੜੀ ਕਰੋਗੇ, ਟੈਕਸ ਬਚਾਓਗੇ। ਹੁਣ ਸੀਏ ਰੱਖੇ ਹੁੰਦੇ ਨੇ, ਉਹਨੇ ਇਹੀ ਕਬਲੇ ਰੱਖੇ ਨੇ, ਹਾਂ ਬਈ ਤੁਸੀਂ ਸਾਨੂੰ ਦੱਸ ਕਿਵੇਂ ਟੈਕਸ ਬਚਦਾ। ਵਕੀਲ ਰੱਖੇ ਹੋਏ ਨੇ ਉਹਨਾਂ ਨੇ, ਸੀਏ ਵਕੀਲ ਹੀ ਹੁੰਦਾ, ਸੀਏ ਵਕੀਲ ਹੀ ਹੁੰਦਾ। ਉਹ ਕੇਸ ਲੜਦੇ ਰਹਿੰਦੇ ਅਮੀਰਾਂ ਦਾ, ਬਸ ਉਹ ਦੱਸਦੇ ਨੇ ਹਾਂਜੀ ਐਂ ਹੋ ਸਕਦਾ, ਐਂ ਹੋ ਘੁੰਡੀਆਂ ਉਹ ਦੱਸਦੇ ਰਹਿੰਦੇ ਨੇ। ਇਸ ਲਈ ਇਹ ਮਾਇਆ ਦਾ ਮੋਹ ਜਦੋਂ ਅੰਦਰ ਹੋ ਜਾਂਦਾ, ਫਿਰ ਬੰਦੇ ਨੂੰ ਰੱਜ ਕਦੇ ਆਇਆ ਹੀ ਨਹੀਂ ਕਰਦਾ, ਭਾਵੇਂ ਕਿੰਨੇ ਕੋਲ ਕਿਉਂ ਨਾ ਹੋਵੇ। ਫਿਰ ਕੋਲ ਕਿੰਨੇ ਕਿਉਂ ਨਾ, ਫਿਰ ਉਹਨੂੰ ਬਗਾਨੀ ਥਾਲੀ 'ਚ ਲੱਡੂ ਵੱਡਾ ਲੱਗਦਾ ਹੈ, ਇੱਕੋ ਜਿਹੇ ਹੀ ਕਹਿੰਦੇ ਬਗਾਨੀ ਥਾਲੀ 'ਚ ਲੱਡੂ ਵੱਡਾ ਲੱਗਦਾ, ਉਹ ਦੂਜਾ ਨੂੰ ਆਪਣੇ ਤੋਂ ਅਮੀਰ ਲੱਗਦਾ, ਅਤੇ ਉਹ ਕਹਿੰਦਾ ਮੈਂ ਇਸ ਤੋਂ ਅਮੀਰ ਹੋਣਾ। ਅਤੇ ਜਿਹੜਾ ਅਮੀਰ ਹੈ ਉਹ ਕਹਿੰਦਾ ਮੈਂ ਅਮੀਰ ਹੀ ਰਹਾਂ। ਮੰਨ ਲਓ ਜੇ 1 ਨੰਬਰ 'ਤੇ ਆ ਗਿਆ ਅਮੀਰੀ 'ਚ, ਉਹਦੀ ਕੋਸ਼ਿਸ਼ ਹੁੰਦੀ ਹੈ ਮੈਂ 1 ਨੰਬਰ 'ਤੇ ਰਹਾਂ। ਜਿਹੜਾ ਦੂਜੇ ਨੰਬਰ 'ਤੇ ਉਹਦੀ ਕੋਸ਼ਿਸ਼ ਹੁੰਦੀ ਹੈ ਮੈਂ ਪਹਿਲੇ ਨੰਬਰ 'ਤੇ ਆਵਾਂ। ਬਸ ਲੱਗੇ ਨੇ ਵਿਚਾਰੇ, ਵਕਤ ਨੂੰ ਫੜੇ ਹੋਏ ਨੇ, ਇਸੇ ਜੀ ਵਕਤ ਨੂੰ ਫੜੇ ਹੋਏ ਨੇ। ਸੋ ਤਾਂ ਗੁਰਬਾਣੀ ਕਹਿੰਦੇ ਮਾਇਆ ਕਮਾਓ, ਦਸਾਂ ਨੌਂ ਦੀ ਕਿਰਤ ਨਾਲ ਕਮਾਓ। ਠੀਕ ਹੈ, ਤੁਸੀਂ ਬਿਜ਼ਨਸ ਕਰ ਰਹੇ ਹੋ, ਬਿਜ਼ਨਸ ਤੁਹਾਡਾ ਠੀਕ ਚੱਲ ਰਿਹਾ ਹੈ, ਆਪਣਾ ਚਾਹੇ ਲੱਖਾਪਤੀ ਕਰੋੜਾਪਤੀ ਹੋ ਜਾਓ, ਤਨਖਾਹਾਂ ਨਾਲ ਤੁਸੀਂ ਕਰੋੜਾਪਤੀ ਨਹੀਂ ਹੋ ਸਕਦੇ।
ਜੇ ਤੁਸੀਂ ਅਮੀਰ ਬਣਨਾ ਫਿਰ ਤੁਹਾਨੂੰ ਕੋਈ ਬਿਜ਼ਨਸ ਕਰਨਾ ਪਏਗਾ। ਹੁਣ ਕੋਈ ਤਨਖਾਹ ਵਾਲਾ ਮੇਰੇ ਕੋਲ ਆ ਜੀ, ਬਾਬਾ ਜੀ ਮੇਰੀ ਕਮਾਈ ਵੱਧ ਜੇ, ਕਿੱਥੋਂ ਵਧੇਗੀ ਵੀ? ਹਾਂ, ਬਿਜ਼ਨਸ ਵਾਲਾ ਆਵੇ, ਦੁਕਾਨਦਾਰ ਆਵੇ ਜੀ, ਹਾਂ ਜੀ ਮੇਰੀ ਕਮਾਈ 'ਚ ਵਾਧਾ, ਹੁਣ ਤੁਸੀਂ ਪਾੜ ਦੇ ਦੇਣ ਲੈ ਵੀ ਹੋ ਜਾਏਗਾ ਵਾਧਾ। ਹੁਣ ਤਨਖਾਹ ਵਾਲੇ ਦਾ ਕੀ ਵਾਧਾ ਹੋਏਗਾ? ਉਹ ਤਾਂ ਵਿਚਾਰੇ ਇੱਕ ਹੀ ਇੰਕਰੀਮੈਂਟ ਲੱਗ ਜਾਏਗਾ, ਉਹ ਵੀ ਪਤਾ ਨਹੀਂ ਸਰਕਾਰ ਲਾਵੇ ਨਾ ਲਾਵੇ। ਆ ਰਿਟਾਇਰ ਬੈਠੇ ਕਿੰਨੇ ਸਾਲ ਹੋ ਗਏ, ਡੀਏ ਦੀ ਕਿਸ਼ਤ ਹੀ ਨਹੀਂ ਦੇ ਰਹੇ, ਬੈਠੇ ਰਹੋ ਜੀ। ਹਾਲੇ ਕਹਿੰਦੇ ਅਸੀਂ ਆਪਣਾ ਢਿੱਡ ਭਰੀਏ ਕਿ ਬਾਬਾ ਜੀ ਤੁਹਾਡਾ ਭਰੀਏ? ਅਸੀਂ ਪਹਿਲਾਂ ਆਪਣਾ ਕੋਠੇ ਕਾਠੇ ਭਰ ਲਈਏ, ਉਹ ਭਰਨੇ ਹੀ ਨਹੀਂ ਹੈਗੇ। ਅਤੇ ਇੰਨੇ ਚਿਰ ਅਗਲੀਆਂ ਇਲੈਕਸ਼ਨ ਆ ਜਾਣੀ ਅਤੇ ਸਾਡੀ ਡੀਏ ਦੀ ਕਿਸ਼ਤ ਲੱਗਣੀ ਕੋਈ ਨਹੀਂ। ਚਲੋ ਖੈਰ, ਸਾਡੀ ਡੀਏ ਦੀ ਕਿਸ਼ਤ ਕਿਉਂ ਨਹੀਂ ਲੱਗਦੀ? ਦੋ ਕਾਰਨਾਂ ਕਰਕੇ ਨਹੀਂ ਲੱਗਦੀ। ਇੱਕ ਤਾਂ ਸਰਕਾਰ ਦੀਆਂ ਪਾਲਿਸੀਆਂ ਗਲਤ ਨੇ, ਇਹ ਮੁਆਫ ਕਰ ਦਿੰਦੇ ਹੈ ਬੀਬੀਆਂ ਨੂੰ, ਮੁਆਫ ਜੀ ਬੱਸ 'ਚ ਕਰਿਆ ਬਈ, ਜਿਹੜੀ ਅਮੀਰ ਹੈ ਉਹਨੂੰ ਕਦੇ ਮੁਆਫ ਕਰ ਦਿਓ ਜੀ। ਉਹ ਬੱਸ ਵਾਲੇ ਰੋਂਦੇ ਨੇ ਵੀ ਸਾਡਾ ਵਿੱਚ ਗੁਜ਼ਾਰਾ ਕਿਵੇਂ ਹੋਵੇਗਾ ਜੀ, 50% ਤਾਂ ਬੀਬੀਆਂ ਵਿੱਚ ਬੈਠੀਆਂ ਨੇ ਅਤੇ ਭਾਈਆਂ ਦੇ ਨਾਲ ਤਾਂ ਸਾਡਾ ਜਿਹੜਾ ਤੇਲ ਦਾ ਨਹੀਂ ਖਰਚਾ ਨਿਕਲਦਾ, ਉਹ ਅੱਡ ਰੋਂਦੇ ਨੇ। ਸਰਕਾਰ ਨੂੰ ਪਹਿਲਾਂ ਹੀ ਘਾਟਾ ਸੀ, ਉਹ ਬੀਬੀਆਂ ਲੱਗ ਗਏ ਬਹਿਣ, ਮਿਲਣਾ ਤਨਖਾਹ ਨਹੀਂ ਮਿਲਿਆ ਕਰਨੀ ਕਰਮਚਾਰੀਆਂ ਨੂੰ, ਡਰਾਈਵਰਾਂ ਕੰਡਕਟਰਾਂ ਫਿਰੀ ਜਾ ਮਗਰ ਸਾਡੇ ਵਾਂਗੂ ਪਾਲਸੀਆਂ ਗਲਤ। ਨੰਬਰ 2, ਇਹਨਾਂ ਦਾ ਆਪਣੇ ਹੀ ਢਿੱਡ ਨਹੀਂ ਭਰਦਾ। ਸਾਡੇ ਵਾਲੇ ਕੌਣ ਸੋਚੇਗਾ? ਮੈਂ ਤਾਂ ਦਿਨੋਂ ਦਿਨ ਵੇਖ ਰਿਹਾ, ਪਹਿਲੀ ਤੋਂ ਦੂਜੀ ਸਰਕਾਰ ਨਲਾਇਕ, ਦੂਜੀ ਤੋਂ ਤੀਜੀ ਨਲਾਇਕ, ਤੀਜੀ ਤੋਂ ਚੌਥੀ ਨਲਾਇਕ, ਕੋਈ ਨਲਾਇਕ ਤਾਂ ਲਾਇਕ ਕੋਈ ਆ ਹੀ ਨਹੀਂ ਰਿਹਾ। ਇੰਨਾ ਮਾੜਾ ਹਾਲ ਹੋ ਗਿਆ ਹੈ, ਕੋਈ ਕੂਕ ਪੁਕਾਰ ਹੀ ਨਹੀਂ ਸੁਣਦਾ। ਪਾ ਲਓ ਘੇਰੇ, ਪਾ ਲਓ ਘੇਰੇ, ਪੁਲਿਸ ਰਾਹੀਂ ਕੁਟਾ ਦਿੰਦੇ ਨੇ। ਅੱਗੋਂ ਵਿਚਾਰੇ ਪੁਲਿਸ ਵਾਲੇ ਆਪਣੀ ਦਿਹਾੜੀ ਦੀ ਖਾਤੇ ਕੁੱਟੀ ਜਾਂਦੇ ਨੇ। ਹਾਲਾਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜੇ ਮੰਗ ਰਹੇ ਵਿਚਾਰੇ ਠੀਕ ਨੇ, ਪਰ ਹੁਣ ਉਹਨਾਂ ਨੂੰ ਤਨਖਾਹ ਹੀ ਕੁੱਟਣ ਦੀ ਮਿਲਦੀ ਹੈ। ਕਰਨ ਤੇ ਕਰਨ ਕੀ ਉਹ? ਉਹਨਾਂ ਨੂੰ ਕੁੱਟਣ ਦੀ ਤਨਖਾਹ ਮਿਲਦੀ। ਜੇ ਕਿਤੇ ਫੌਜ ਅਤੇ ਪੁਲਿਸ ਵਾਲੇ ਕਹਿੰਦੇ ਅਸੀਂ ਕੋਈ ਗਲਤ ਕੰਮ ਨਹੀਂ ਕਰਨਾ, ਜੋ ਭੱਜੋ, ਲੈ ਅੱਜ ਇਹ ਸਰਕਾਰ ਫੇਲ ਹੋਈ, ਗੱਲ ਖਤਮ ਹੋ ਗਈ। ਇਹ ਫੈਸਲਾ ਕਰ ਲਵੇ ਅਸੀਂ ਸਰਕਾਰ ਦਾ ਕੋਈ ਗਲਤ ਕਾਨੂੰਨ ਮੰਨਣਾ ਹੀ ਨਹੀਂ ਹੈ, ਹੁਕਮ ਮੰਨਣਾ ਹੀ ਨਹੀਂ ਹੈ। ਕੀ ਕਰ ਲੈਣਗੇ ਵੀ ਤੁਹਾਡਾ? ਇਹਨਾਂ ਕੋਲ ਕੀ ਤੋਪ ਹੈ ਜਿਹੜੀ ਤੁਹਾਡੇ 'ਤੇ ਚਲਾ ਦੇਣਗੇ? ਉਹ DGP ਨੂੰ ਕਹਿੰਦੇ ਫਲਾਣੇ ਦੀ ਬਦਲੀ ਕਰ ਦਿਓ, ਉਹ ਕਹਿੰਦਾ ਮੈਂ ਨਹੀਂ ਕਰਦਾ। ਚੱਲ ਲੈ ਕਿਆ ਕਰੋਗੇ ਵੀ ਤੁਸੀਂ? ਪਰ ਮਨੁੱਖ ਨੂੰ ਮਾਇਆ ਚਾਹੀਦੀ ਹੈ, ਇਹਦੇ ਤਰਲੇ ਕੱਢਦਾ ਜਾ ਕੇ ਜੀ ਮੈਨੂੰ ਫਲਾਣਾ ਥਾਣਾ ਦੇ ਦਿਓ ਜੀ, ਉਹ ਕਿ ਲਿਆ ਹੀ ਨੇ ਥਾਣਾ। ਮੈਂ ਚੌਂਕ ਵਿਕਦੇ ਨੇ, ਇਹ ਜਿਹੜੇ ਖੜੇ ਦਾ ਹੱਥ ਲੈਣ ਚੌਂਕ, ਹਾਂ ਇਹ 1000 ਦਾ ਚੌਂਕ ਹੈ, ਇਹ 1500 ਦਾ ਹੈ, ਇਹ 500 ਦਾ। ਬੋਲ ਕਿਹੜੇ ਚੌਂਕ 'ਚ ਜਾਣਾ? ਫਲਾਣੇ 'ਚ ਲਿਆ ਹੀ ਨੇ ਪਸਤਾਰ, ਪਹਿਲਾਂ ਦੇ ਜਾ। ਬਾਦਸ਼ਾਹ ਨੂੰ ਪਤਾ ਨਹੀਂ ਤੈਨੂੰ ਹੋਣ ਨਾ ਹੋਣ। ਜਦੋਂ ਇਹੋ ਜਿਹਾ ਹਾਲ ਹੋ ਜਾਏ ਤਾਂ ਬਸ ਫਿਰ ਕਹਿੰਦੇ ਦੇਖ ਮਰਦਾਨਿਆਂ ਰੰਗ ਕਰਤਾਰ ਦੇ, ਕਿਆ ਕੀਤਾ ਜਾ ਸਕਦਾ? ਕੋਈ ਰੋਂਦੇ ਦੀ ਸੁਣਦੇ ਹੀ ਨਹੀਂ ਹੈਗੇ। ਕਹਾਵਤ ਛੋਟੇ ਸੁਣੇ, ਤਕੜਾ ਮਾਰੇ ਵੀ ਰੋਣ ਵੀ ਨਾ ਦੇਵੇ। ਮੈਂ ਯਾਰ ਗੱਲ ਤਾਂ ਠੀਕ। ਹਾਂ, ਅਸੀਂ ਕਈ ਵਾਰ ਅਸੀਂ ਕੋਈ ਬਾਪ ਬੱਚੇ ਨੂੰ ਮਾਰਦਾ, ਉਹ ਗਰੀ ਚੁੱਪ ਕਰਦਾ ਕਿ ਹੋਰ ਲਾਵਾਂ। ਸੋ ਤਕੜੇ ਸਾਨੂੰ ਰੋਣ ਵੀ ਨਹੀਂ ਦੇ। ਤੁਸੀਂ ਰੋਂਦੇ ਕਿਉਂ? ਬਸ ਚੁੱਪ ਰਹੋ। ਜਿਹੜੀ ਰੁੱਖੀ ਸੁੱਖੀ ਤੁਹਾਨੂੰ ਮਿਲਦੀ ਖਾ ਕੇ ਗੁਜ਼ਾਰਾ ਕਰ ਲਓ। ਬਾਬਾ ਫਰੀਦ ਨੂੰ ਯਾਦ ਰੱਖਿਆ ਕਰੋ, ਫਰੀਦਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਵੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਸੋ ਗੁਰੂ ਮਹਾਰਾਜ ਕਹਿੰਦੇ ਮਾਇਆ ਮੋਹ ਤਾਂ ਵਿਸਰ ਗਿਆ ਜਾਂ ਤਜੀਲੇ ਸੰਸਾਰੰ। ਜਦ ਤੂੰ ਸੰਸਾਰ ਛੱਡੇਂਗਾ ਨਾ, ਇਹ ਮਾਇਆ ਦਾ ਮੋਹ ਤੇ ਖਤਮ ਹੋ ਜਾਣਾ। ਆਜ ਮੇਰੇ ਮਨ ਪ੍ਰਗਟ ਭਇਆ ਹੈ, ਵੇਖੀਲੇ ਧਰਮਰਾਓ। ਅੱਜ ਮੈਨੂੰ ਪਤਾ ਲੱਗ ਗਿਆ, ਮੈਨੂੰ ਧਰਮਰਾਜ ਦੇ ਦਰਸ਼ਨ ਕਰਨੇ ਪੈਣੇ ਨੇ। ਹਾਂ, ਧਰਮਰਾਜ ਆਊਗਾ ਮੈਨੂੰ ਲੈਣ। ਫਿਰ ਕੀ ਕਹਿ ਦੇਣਾ? ਤੈ ਮੈਨੇ ਉਹ, ਤਹਿ ਮੈਨੇ ਉੱਥੇ ਹੁੰਦਾ। ਤਹਿ ਕਰ ਦਲ ਕਰਨ ਮਹਾਬਲੀ। ਉਹ ਬੜੇ ਮਹਾਬਲੀ ਨੇ, ਉਹ ਤਾਂ ਹੱਥ 'ਤੇ ਰੱਖ ਕੇ ਉਹਨਾਂ ਨੇ ਮੈਨੂੰ ਮਸਲ ਦੇਣਾ।
ਕਰ ਹੱਥ। ਦਾਲ ਦਲ ਦੇਣਾ, ਜਿਵੇਂ ਆਪਾਂ ਦਾਲ ਦਲਦੇ ਹਾਂ, ਦਾਲ ਦਲਦੇ ਅਗਰ ਨਹੀਂ, ਸਾਬਤ ਬੀਜ ਨੂੰ 2 ਫੜ ਕਰ ਦੇਣੇ। ਕਹਿੰਦੇ ਉਹਨਾਂ ਨੇ ਤਾਂ ਹੱਥ ਦੀ ਤਲੀ 'ਤੇ ਰੱਖ ਕੇ ਸਾਨੂੰ ਮਸਲ ਦੇਣਾ। ਇੰਨੇ ਮਹਾਬਲੀ ਨੇ। 3 ਆਗ ਲੜਾਏ ਮੈਂ ਰਹਿਣ ਨਾ ਜਾਏ। ਉਹਨਾਂ ਦੇ ਅੱਗੇ ਮੈਂ ਰਹਿ ਨਹੀਂ ਸਕਦਾ, ਟਿਕ ਨਹੀਂ ਸਕਦਾ, ਉਹਨਾਂ ਮੈਨੂੰ ਲੈ ਜਾਣਾ ਹੈ। ਕਹਿੰਦੇ ਇਹ ਅੱਜ ਮੈਨੂੰ ਗਿਆਨ ਹੋ ਗਿਆ ਹੈ। ਕਹਿੰਦੇ ਜੇ ਕੋ ਮੂੰਹ ਉਪਦੇਸ਼ ਕਰਤ ਹੈ, ਤਾਂ ਵਣ ਤ੍ਰਿਣ ਰਤੜਾ ਨਾਰਾਇਣਾ। ਐ ਜੀ ਤੂੰ ਆਪੇ ਸਭ ਕੁਛ ਜਾਣਦਾ, ਬਦਤ ਤ੍ਰਿਲੋਚਨ ਰਾਮਈਆ। ਜੇ ਕੋ ਮੂੰਹ ਮੈਨੇ ਮੈਨੂੰ, ਜੇ ਕੋਈ ਮੈਨੂੰ ਪਰਮਾਤਮਾ ਬਾਰੇ ਉਪਦੇਸ਼ ਕਰਦਾ ਹੈ, ਪਰਮਾਤਮਾ ਬਾਰੇ ਮੈਨੂੰ ਕੋਈ ਦੱਸਦਾ ਹੈ, ਤਾਂ ਵਣ ਤ੍ਰਿਣ ਰਤੜਾ ਨਾਰਾਇਣਾ, ਤਾਂ ਮੈਨੂੰ ਐਂ ਲੱਗਦਾ ਵੀ ਸਾਰੀ ਬਨਸਪਤੀ ਦੇ ਵਿੱਚ ਪਰਮਾਤਮਾ ਹੀ ਪਰਮਾਤਮਾ ਹੈ। ਮੈਨੂੰ ਇੱਕ ਤੀਲੇ 'ਚ, ਇੱਕ ਦਰਖਤ ਦੇ ਵਿੱਚ ਜਿਹੜਾ ਹੈ ਪਰਮਾਤਮਾ ਦਿਖਾਈ ਦਿੰਦਾ ਹੈ, ਵੀ ਸਾਰੀ ਬਨਸਪਤੀ ਰੱਬੀ ਪਿਆਰ 'ਚ ਰੰਗੀ ਹੋਈ ਹੈ। ਐ ਜੀ ਤੂੰ ਆਪੇ ਸਭ ਕੇ ਜਾਣਦਾ, ਬਦਤ ਤ੍ਰਿਲੋਚਨ ਰਮਈ। ਬਦਤ ਹੁੰਦਾ ਆਖਦਾ ਹੈ, ਕਹਿੰਦਾ ਹੈ। ਤ੍ਰਿਲੋਚਨ ਕਹਿੰਦਾ ਰਮਈਆ, ਹੇ ਪਰਮਾਤਮਾ। ਐ ਜੀ ਤੂੰ ਆਪੇ ਸਭ ਕੁਝ ਜਾਣਦਾ। ਹੇ ਪ੍ਰਭੂ ਤੂੰ ਸਭ ਕੁਝ ਜਾਣਦਾ, ਤੂੰ ਜਾਣੀ ਜਾਣ ਹੈ, ਤੈਨੂੰ ਮੈਂ ਕੀ ਕਹਾਂ। ਸ਼੍ਰੀ ਰਾਗ ਭਗਤ ਕਬੀਰ ਜੀਓ ਕਾ। ਅਚਰਜ, ਇਹਨੂੰ ਅਚਰਜ ਨਹੀਂ ਪੜ੍ਹਨਾ, ਇਹ 2 ਸ਼ਬਦ ਨਹੀਂ ਹੈਗੇ, ਇੱਕੋ ਸ਼ਬਦ ਹੈ। ਪੂਰਾ ਸ਼ਬਦ ਹੈ ਅਸਚਰਜ, ਪੂਰਾ ਸ਼ਬਦ ਹੈ ਅਸਚਰਜ, ਉਸ ਤੋਂ ਛੋਟਾ ਬਣਾਇਆ ਅਚਰਜ। ਅਚਰਜ ਏਕ ਸੁਨੋ ਰੇ ਪੰਡਿਆ, ਅਬ ਕਿਛ ਕਹਿਣ ਨਾ ਜਾਈ। ਸੁਰ ਨਾਰ ਗਾਣ ਗੰਧਰਵ, ਜਿਨ ਮੋਹੇ ਤ੍ਰਿਭਵਨ ਮੇਖੁਲੀ ਲਾਈ। ਕਹਿੰਦੇ ਹੇ ਪੰਡਿਤ ਜੀ, ਪੰਡਿਆ ਹੇ ਪੰਡਿਤ ਜੀ। ਕਈ ਵਾਰੀ ਗੁਰਬਾਣੀ ਲਿਖਿਆ ਬਾਹਮਣ। ਅੱਜ ਕਿਸੇ ਨੂੰ ਬਾਹਮਣ ਕਹੀਏ ਨਾ, ਉਹ ਬੈਡ ਸੈਂਸ 'ਚ ਹੈ। ਔਰ ਕਈ ਯਾਰ ਤੈਨੂੰ ਬੋਲਣਾ ਨਹੀਂ ਆਉਂਦਾ। ਜਿਵੇਂ ਦੇਖੋ ਅੱਜ ਸਾਨੂੰ ਕੋਈ ਉਹ ਸਿਖੜੇ ਠਹਿਰੀ, ਅਸੀਂ ਤਾਂ ਲੜ ਪਾਂਗੇ, ਤੈਨੂੰ ਬੋਲਣ ਦਾ ਚੱਜ ਨਹੀਂ। ਉਹ ਕਹਿੰਦੇ ਯਾਰ ਤੁਹਾਡੀ ਗੁਰਬਾਣੀ 'ਚ ਲਿਖਿਆ, ਜੋ ਦਿਸੈ ਗੁਰ ਸਿਖੜਾ, ਤਿਸ ਨਿਵ ਨਿਵ ਲਾਗੋਂ ਪਾਏ ਜੀ। ਕਿ ਗੁਰੂ ਮਹਾਰਾਜ ਜਿਹੜਾ ਮੈਨੂੰ ਗੁਰਸਿੱਖ ਦਿਸਦਾ ਹੀ ਹੈ, ਮੈਂ ਉਹ ਤਾਂ ਝੁਕ ਕੇ ਦੀ ਪੈਰੀ ਲੱਗਦਾ। ਤੁਹਾਡੀ ਗੁਰਬਾਣੀ ਲਿਖਿਆ ਸਿਖੜਾ, ਮੈਂ ਤੈਨੂੰ ਸਿਖੜਾ ਕਹਿ ਕੀ ਗਲਤ ਕੀਤਾ, ਪਰ ਅੱਜ ਭੈੜਾ ਲੱਗਦਾ, ਅੱਜ ਭੈੜਾ ਲੱਗਦਾ। ਉਹ ਜਦੋਂ ਗੁਰਬਾਣੀ ਬਾਹਮਣ ਲਿਖਿਆ ਸ਼ਬਦ, ਉਹ ਤਾਂ ਬੈਡ ਸੈਂਸ 'ਚ ਨਹੀਂ ਸੀ। ਕਿਤੇ ਕੋਈ ਪੰਡਿਤ ਕਹੇ ਸਾਨੂੰ ਜੀ ਬਾਹਮਣ ਲਿਖਿਆ ਬਾਣੀ 'ਚ, ਨਹੀਂ। ਸਮਾਂ ਪਾ ਕੇ ਸ਼ਬਦ ਆਪਣਾ ਅਰਥ ਬਦਲ ਲੈਂਦੇ ਨੇ। ਗੁਰਬਾਣੀ ਜਿਹੜਾ ਕਰਤੂਤ ਸ਼ਬਦ ਆਉਂਦਾ ਹੈ, ਇਹ ਨਾ ਚੰਗੇ ਕੰਮਾਂ ਤੋਂ ਹੈ। ਭਾਵ ਅੱਜ ਕੱਲ੍ਹ ਮੈਂ ਜਾਣਦਾ ਤੇਰੀਆਂ ਕਰਤੂਤਾਂ, ਦੇਖੋ ਉਹੀ ਸ਼ਬਦ ਬੈਡ ਸੈਂਸ 'ਚ ਹੋ ਗਏ। ਗੁਰੂ ਮਹਾਰਾਜ ਨੂੰ ਬੈਡ ਸੈਂਸ 'ਚ ਨਹੀਂ ਸੀ ਲਿਖਿਆ, ਉਹਨੂੰ ਗੁੱਡ ਸੈਂਸ 'ਚ ਲਿਖਿਆ ਸੀ। ਪੰਡਿਆ ਉਹਨਾਂ ਨੇ ਗੁੱਡ ਸੈਂਸ 'ਚ ਲਿਖਿਆ, ਬਾਹਮਣ ਸ਼ਬਦ ਉਹਨਾਂ ਗੁੱਡ ਸੈਂਸ 'ਚ ਲਿਖਿਆ, ਪਰ ਅੱਜ ਉਹਦੀ ਸੈਂਸ ਬਦਲ ਗਈ ਹੈ। ਅੱਜ ਅਸੀਂ ਪਤਾ ਨਹੀਂ ਸਾਡੇ ਕਾਰਨ ਬਦਲ ਗਏ ਕਿ ਕਾਹਦੇ ਕਾਰਨ ਬਦਲ ਗਈ ਹੈ। ਬਦਲ ਗਏ ਦੇਖ ਲਓ ਮੀਨਿੰਗ। ਜਾਣਦਾ ਮੈਂ ਤੇਰੀਆਂ ਕਰਤੂਤਾਂ, ਭਾਵ ਤੇਰੇ ਕੰਮਾਂ ਨੂੰ ਮੈਂ ਜਾਣਦਾ, ਮਾੜੇ ਕੰਮਾਂ ਨੂੰ। ਸੋ ਉਦੋਂ ਕਰਤੂਤ ਸ਼ਬਦ ਸੀ ਜਿਹੜਾ ਸੀ, ਗੁੱਡ ਸੈਂਸ ਸੀ। ਅਚਰਜ ਏਕ ਸੁਨੋ ਰੇ ਪੰਡਿਆ, ਅਬ ਕਿਛ ਕਹਿਣ ਨਾ ਜਾਈ। ਹੇ ਪੰਡਤ ਜੀ, ਇੱਕ ਅਚਰਜ ਗੱਲ ਸੁਣੋ। ਕਹਿੰਦੇ ਮੈਂ ਇਸ ਬਾਰੇ ਪੂਰੀ ਤਰ੍ਹਾਂ ਕਹਿ ਨਹੀਂ ਸਕਦਾ, ਗੱਲ ਬੜੀ ਅਚਰਜ ਹੈ, ਪਰ ਇਸ ਬਾਰੇ ਮੈਂ ਬਹੁਤਾ ਕਹਿ ਨਹੀਂ ਸਕਦਾ। ਕੀ ਅਚਰਜ ਗੱਲ ਹੈ? ਸੁਰ ਦੇਵਤੇ, ਨਰ ਮਨੁੱਖ, ਗਣ ਸ਼ਿਵ ਜੀ ਦੇ ਸੇਵਕ, ਗੰਧਰਵ ਸਵਰਗ ਦੇ ਗਵਈਏ, ਜਿਨ ਮੋਹੇ, ਜਿਸ ਮਾਇਆ ਨੇ ਦੇਵਤਿਆਂ ਨੂੰ ਮੋਹ ਲਿਆ, ਮਨੁੱਖਾਂ ਨੂੰ ਮੋਹ ਲਿਆ, ਸ਼ਿਵ ਜੀ ਦੇ ਸੇਵਕਾਂ ਨੂੰ ਮੋਹ ਲਿਆ, ਅਤੇ ਸਵਰਗ ਦੇ ਗਵਈਆਂ ਨੂੰ ਮੋਹ ਲਿਆ ਹੈ। ਤੇਰੇ ਭਵਨ ਮੇਖਲੀ ਲਾਈ। ਮੈਂ ਦੇਖਿਆ ਬਠਿੰਡੇ ਵੱਲ ਨਾ, ਪਹਿਲਾਂ ਜਦ ਬੱਚਾ ਹੁੰਦਾ ਸੀ, ਖਾਸ ਕਰ ਮੁੰਡੇ ਦੇ,
ਲੱਕ ਦੇ ਦੁਆਲੇ ਇੱਕ ਕਾਲਾ ਧਾਗਾ ਤੇ ਇੱਕ ਤਵੀਤ ਜਬਨ ਨੂੰ ਕਹਿੰਦੇ ਸੀ ਤੜਾਗੀ। ਕਿਸੇ ਨੇ ਤੜਾਗੀ ਬੰਨ੍ਹਤੀ। ਮਾਤਾ ਨੂੰ ਕਹਿੰਦੇ ਐ ਮਾਈ ਤੇਰਾ ਮੁੰਡਾ ਭਾਵੇਂ ਮਰ ਜੇ ਤੜਾਗੀ ਨਹੀਂ ਟੁੱਟੇਗੀ। ਉਹਨੂੰ ਗੱਲ ਕਹਿਣੀ ਨਹੀਂ ਆਈ। ਉਹਨੇ ਉਹੀ ਗੱਲ ਉਹਨੇ ਕਹਿਣਾ ਸੀ ਵੀ ਮੈਂ ਤੜਾਗੀ ਬਹੁਤ ਮਜ਼ਬੂਤ ਬਣਾਤੀ, ਟੁੱਟੇਗੀ ਨਹੀਂ। ਕਹਿੰਦਾ ਮਾਈ ਤੇਰਾ ਮੁੰਡਾ ਭਾਵੇਂ ਮਰ ਜੇ ਤੜਾਗੀ ਨਹੀਂ ਟੁੱਟੇਗੀ। ਸੋ ਇਹ ਮਾਇਆ ਦੀ ਤੜਾਗੀ ਹੈ, ਤਿੰਨਾਂ ਭਵਨਾਂ ਦੇ ਦੁਆਲੇ ਵਲੀ ਹੋਈ ਹੈ। ਔਰ ਤੜਾਗੀ ਹੈ ਇਹ ਬੜੀ ਮਜ਼ਬੂਤ ਹੈ। ਮਾਇਆ ਦੇ ਚੱਕਰ 'ਚੋਂ ਬਾਹਰ ਨਿਕਲਣਾ ਬਹੁਤ ਔਖਾ ਹੈ। ਹਾਂ ਤੜਾਗੀ ਨੂੰ ਕਹਿੰਦਾ ਇਹ ਮਾਇਆ ਦੀ ਤੜਾਗੀ ਹੈ। ਇਹਨੇ ਤਿੰਨਾਂ ਭਵਨਾਂ ਨੂੰ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ ਦੇ, ਚਾਹੇ ਉਹ ਦੇਵਤੇ ਨੇ, ਚਾਹੇ ਉਹ ਮਨੁੱਖ ਨੇ, ਚਾਹੇ ਉਹ ਦੇਵਤਿਆਂ ਦੇ ਸੇਵਕ ਨੇ, ਚਾਹੇ ਉਹ ਸਵਰਗ ਦੇ ਗਵਈਏ ਨੇ, ਸਾਰਿਆਂ ਨੂੰ ਮੋਹ ਰੱਖਿਆ ਹੈ। ਕੋਈ ਨਹੀਂ ਛੱਡਿਆ ਮਾਇਆ ਨੇ। ਰਾਜਾ ਰਾਮ ਅਨਹਦ ਕਿੰਗਰੀ ਬਾਜੈ, ਜਾ ਕੀ ਦ੍ਰਿਸ਼ਟ ਨਾਦ ਲਿਵ ਲਾਗੈ। ਪਰ ਮੇਰੇ ਅੰਦਰ ਪਰਮਾਤਮਾ ਦੇ ਨਾਮ ਦੀ ਕਿੰਗਰੀ, ਕਿੰਗ ਵੱਜ ਰਹੀ ਹੈ। ਵੀਣਾ ਜਿਹਨੂੰ ਕਹਿੰਦੇ ਨੇ। ਅਨਹਦ ਹੁੰਦਾ ਆਪਣੇ ਆਪ ਵੱਜਣ ਵਾਲੀ। ਸਾਡੇ ਅੰਦਰ ਰੱਬੀ ਸੰਗੀਤ ਹੋ ਰਿਹਾ ਹੈ, ਆਪਣੇ ਆਪ ਹੋ ਰਿਹਾ। ਉੱਥੇ ਉਹਨੂੰ ਕੋਈ ਵਜਾ ਨਹੀਂ ਰਿਹਾ। ਸਿਰਫ ਸਾਡੇ ਰੌਲੇ ਗੋਲੇ ਕਾਰਨ, ਮਨ ਦੇ ਕਰ ਸਾਨੂੰ ਸੁਣ ਨਹੀਂ ਰਿਹਾ। ਉਹਨਾਂ ਨੂੰ ਸੁਣ ਗਿਆ। ਤ੍ਰਿਲੋਚਨ ਜੀ ਨੇ ਕਹਿੰਦੇ ਰਾਜਾ ਰਾਮ ਅਨਹਦ ਕਿੰਗਰੀ ਬਾਜੈ। ਰਾਜਾ ਰਾਮ ਪਾ ਪਰਮਾਤਮਾ, ਪਰਮਾਤਮਾ ਦੇ ਨਾਮ ਦੀ ਹੁਣ ਕਿੰਗ, ਕਿੰਗਰੀ, ਵੀਣਾ ਮੇਰੇ ਅੰਦਰ ਲਗਾਤਾਰ ਵੱਜ ਰਹੀ ਹੈ। ਜਾ ਕੇ ਦ੍ਰਿਸ਼ਟ ਨਾਦ ਲਿਵ ਲੱਗ, ਜਿਹੜੇ ਦਰਸ਼ਨ ਕਰਕੇ ਕਹਿੰਦੇ ਮੇਰੇ ਜਿਹੜੇ ਸੰਗੀਤ ਦੇ ਵਿੱਚ ਲਿਵ ਲੱਗ ਜਾਂਦੀ ਹੈ। ਪਤਾ ਲੱਗੇ ਨਾ ਵੱਜ ਰਹੀ ਹੈ। ਕਹਿੰਦੇ ਉਸ ਨੂੰ ਸੁਣ ਕੇ, ਉਸ ਦੇ ਦਰਸ਼ਨ ਕਰਕੇ ਉਹ ਜਿਹੜਾ ਨਾਦ ਹੈ, ਜੋ ਸੰਗੀਤ ਹੈ, ਰੱਬੀ ਸੰਗੀਤ, ਉਹ 'ਚ ਮੇਰੀ ਲਿਵ ਲੱਗ ਜਾਂਦੀ ਹੈ। ਲਿਵ ਲੱਗ ਗਈ। ਪਾਠੀ ਗਗਨ ਸਿੰਗਿਆ ਅਰ ਚੁੰਗਿਆ। ਪੁਰਾਣੇ ਜ਼ਮਾਨੇ ਜਿਹੜੇ ਯੋਗੀ ਸਨ ਉਹ ਸ਼ਰਾਬ ਕੱਢ ਕੇ ਪੀਆ ਕਰਦੇ ਸਨ ਅਤੇ ਕਹਿੰਦੇ ਸਾਡੀ ਬੜੀ ਬਿਰਤੀ ਜੁੜਦੀ ਹੈ ਜੀ। ਇਸ ਲਈ ਜਿਨ੍ਹਾਂ ਨੇ ਕਦੇ ਦੇਸੀ ਸ਼ਰਾਬ ਕੱਢੀ ਜਾਂ ਕੱਢਦਿਆਂ ਦੇਖੀ ਹੋਵੇਗੀ, ਉਹ ਮੱਟ ਹੁੰਦਾ ਜਿਸ ਦੇ ਵਿੱਚ ਲਾਹਣ ਪਾਇਆ ਹੁੰਦਾ। ਪੁਰਾਣੇ ਜ਼ਮਾਨੇ ਦੀ ਜਿਹੜੀ ਸ਼ਰਾਬ ਸੀ ਉਹ ਵਧੀਆ ਹੁੰਦੀ ਸੀ। ਉਹ ਗੁੜ ਪਾਇਆ ਹੁੰਦਾ ਸੀ ਪਾਣੀ 'ਚ। ਅੱਜ ਕਿੱਕਰ ਦੇ ਸੱਕ ਹੁੰਦੇ ਸਨ। ਇਹਨਾਂ ਨੂੰ ਕਿੰਨਾ ਸਮਾਂ ਰੂੜੀ 'ਚ ਦੱਬੀ ਰੱਖਿਆ ਕਦੇ ਢੱਕਣ ਦੇ ਕੇ। ਉਹ ਗਰਮੈਸ਼ ਦੇ ਨਾਲ ਉਹ ਉਬਲ ਕੇ ਜਿਹੜਾ ਹੈ ਉਹਦੇ ਵਿੱਚੋਂ ਜਿਹੜਾ ਇਹ ਸ਼ਰਾਬ ਤਿਆਰ ਹੋ ਜਾਂਦੀ ਸੀ। ਹੁਣ ਉਸ ਨੂੰ ਸਾਫ ਸੁਥਰਾ ਵੀ ਕਰਨਾ ਹੈ, ਫਿਰ ਜਿਹੜਾ ਹੈ ਉਹਦਾ ਅਰਕ ਕੱਢਣਾ ਹੈ, ਭਾਵ ਉਹਦੇ ਵਿੱਚੋਂ ਸ਼ਰਾਬ ਕੱਢਣੀ। ਉਹ ਫਿਰ ਮੱਟ ਹੁੰਦਾ ਸੀ। ਉਹਨੂੰ ਦੋ ਪ੍ਰਕਾਰ ਦੀਆਂ ਨਾਲਾਂ ਲੱਗੀਆਂ ਹੁੰਦੀਆਂ ਸੀ। ਇੱਕ ਰਾਹੀਂ ਪਾਣੀ ਜਾਂਦਾ ਸੀ, ਠੰਡਾ ਕਰ ਲਈ, ਦੂਜੇ ਰਾਹੀਂ ਸ਼ਰਾਬ ਤੋਂ ਕਰਕੇ ਡਿੱਗਦੀ ਸੀ। ਉਹਨੂੰ ਕਹਿੰਦੇ ਸੀ ਸਿੰਗਿਆ ਅਰ ਚੁੰਗਿਆ। ਇਹ ਨਾਲੀਆਂ ਦੇ ਨਾਮ ਨੇ। ਕਹਿੰਦੇ ਪਾਠੀ ਗਗਨ, ਕਹਿੰਦੇ ਮੇਰਾ ਜਿਹੜਾ ਇੱਥੇ ਗਗਨ ਸ਼ਬਦੀ ਅਰਥ ਹੈ ਆਕਾਸ਼। ਇੱਥੇ ਗਗਨ ਤੋਂ ਭਾਵ ਹੈ ਦਸਮ ਦੁਆਰ। ਮੇਰਾ ਜਿਹੜਾ ਦਸਮ ਦੁਆਰ ਹੈ ਹੁਣ ਉਹ ਭੱਠੀ ਹੈ। ਕੀ ਹੈ? ਸਿੰਗਿਆ ਅਰ ਚੁੰਗਿਆ। ਇਹ ਜਿਹੜੇ ਦੋ ਨਾਲਾਂ ਨੇ, ਸਿੰਗਿਆ ਤੋਂ ਭਾਵ ਹੈ ਗੁਣਾਂ ਨੂੰ ਅੰਦਰ ਲਿਜਾਣਾ ਅਤੇ ਚੁੰਗਿਆ ਤੋਂ ਭਾਵ ਹੈ ਔਗਣਾਂ ਨੂੰ ਬਾਹਰ ਕੱਢਣਾ। ਕਹਿੰਦੇ ਮੇਰੇ ਅੰਦਰ ਵੀ ਨਾਲਾਂ ਨੇ, ਮੇਰੇ ਅੰਦਰ ਵੀ ਭੱਠੀ ਹੈ, ਪਰ ਦਸਮ ਦੁਆਰ ਦੀ ਭੱਠੀ ਹੈ। ਅਤੇ ਜਿਹੜੀ ਇਹ ਨਾਲਾਂ ਨੇ ਉਹ ਇੱਕ ਨਾਲ ਹੈ ਜਿਹਦੇ ਰਾਹੀਂ ਮੈਂ ਗੁਣ ਗ੍ਰਹਿਣ ਕਰਦਾ, ਦੂਜੀ ਨਾਲ ਹੈ ਜਿਹਦੇ ਰਾਹੀਂ ਮੈਂ ਔਗਣ ਛੱਡਦਾ। ਕਣਕ ਕਲਸ਼, ਘੜਾ ਵੀ ਚਾਹੀਦਾ ਨਾ। ਫਿਰ ਕਲਸ਼ ਮੈਨੇ ਘੜਾ, ਕਣਕ ਮੈਨੇ ਸੋਨਾ। ਸੋਨੇ ਨੂੰ ਸ਼ੁੱਧ ਅਤੇ ਪਵਿੱਤਰ ਧਾਤ ਮੰਨਿਆ ਗਿਆ। ਜਿੰਨੀਆਂ ਧਾਤਾਂ ਧਰਤੀ 'ਚੋਂ ਨਿਕਲਦੀਆਂ, ਸੋਨੇ ਤੋਂ ਬਿਨਾਂ ਬਾਕੀ ਸਾਰਿਆਂ ਨੂੰ ਸਾਫ਼ ਕਰਨਾ ਪੈਂਦਾ ਕਾਰਖਾਨਿਆਂ 'ਚ। ਇੱਕ ਸੋਨਾ ਹੈ ਜਿਹੜਾ ਸ਼ੁੱਧ ਰੂਪ 'ਚ ਨਿਕਲਦਾ। ਸੋਨੇ 'ਤੇ ਪਾਣੀ ਦਾ ਕਾਸੇ ਦਾ ਅਸਰ ਨਹੀਂ ਹੁੰਦਾ, ਚਾਹੇ ਜਿੰਨਾ ਮਰਜ਼ੀ ਗਿੱਲਾ ਰੱਖੋ। ਲੋਹੇ ਦਾ ਤੁਸੀਂ ਥੋੜ੍ਹਾ ਜਿਹਾ ਗਿੱਲਾ ਕਰ ਦਿਓ,
ਫਿਰ ਹਵਾ ਲੱਗੇਗੀ, ਉਹ ਜੰਗਾਲ ਲੱਗ ਜਾਏਗਾ। ਸੋਨੇ ਨੂੰ ਕੁਛ ਨਹੀਂ ਹੁੰਦਾ। ਹਜ਼ਾਰਾਂ ਸਾਲਾਂ ਤੱਕ ਜਿੱਥੇ ਮਰਜ਼ੀ ਰੱਖੋ, ਸੋਨਾ ਸ਼ੁੱਧ ਦਾ ਸ਼ੁੱਧ ਰਹਿੰਦਾ। ਐਸੀ ਧਾਤ ਹੈ। ਇਸ ਲਈ ਸੋਨੇ ਦੀ ਮਹਾਨਤਾ ਹੀਰੇ ਤੋਂ ਵੀ ਵੱਧ ਹੈ। ਸੋਨੇ ਦੀ ਛਾਪ ਹੋਏਗੀ, ਦੁਬਾਰਾ ਵਿਕ ਜਾਂਦੀ ਹੈ। ਉਹਦੇ ਵਿੱਚ ਜੇ ਤੁਸੀਂ ਹੀਰਾ ਲਵਾ ਲਓਗੇ, ਤੁਸੀਂ ਛਾਪ ਨੂੰ ਵੇਚਣਾ, ਉਹ ਦੁਕਾਨ ਦੇ ਵਿੱਚੋਂ ਹੀਰਾ ਕੱਢ ਦਿੰਦਾ, ਕਹਿੰਦੇ ਸੋਨੇ ਦੇ ਪੈਸੇ ਮਿਲ ਗਏ, ਇਹਦੇ ਨਹੀਂ ਮਿਲਦੇ, ਇਹ ਤਾਂ ਟੋਟੇ ਹੋ ਗਏ, ਇਹ ਤਾਂ ਟੁਕੜੇ ਹੋ ਗਏ, ਇਹਦਾ ਕੋਈ ਪੈਸਾ ਨਹੀਂ ਮਿਲਦਾ। ਇਹ ਤਾਂ ਐਵੇਂ ਅਮੀਰਾਂ ਦੇ ਚੋਚਲੇ ਨੇ। ਹੀਰੇ ਵਾਲੀ ਜਿਹੜੀ ਮੁੰਦਰੀ ਪਾਈ ਹੈ, ਉਹਦੀ ਕੋਈ ਕੀਮਤ ਨਹੀਂ ਹੁੰਦੀ। ਮੈਂ ਪੁੱਛਿਆ ਸੀ ਸੁਨਿਆਰ ਨੂੰ, ਮੈਂ ਸੱਚੋ ਸੱਚ ਦੱਸੋ ਜੀ, ਮੇਰੇ ਪਹਿਰਾਵੇ ਨੂੰ ਵੇਖ ਕੇ ਕਹਿੰਦੇ ਬਾਬਾ ਜੀ ਤੁਸੀਂ ਬਣਵਾਉਣੀ ਹੈ? ਮੈਂ ਨਹੀਂ ਜੀ, ਮੈਨੂੰ ਗਿਆਨ ਚਾਹੀਦਾ। ਵੀ ਕਈ ਲੋਕ ਵਿਆਹ ਸ਼ਾਦੀਆਂ 'ਚ ਨਾ ਜਦੋਂ ਮੁੰਦਰੀ ਪਾਉਂਦੇ ਨੇ, ਉਦੋਂ ਕਹਿੰਦੇ ਜੀ ਅਸੀਂ ਹੀਰੇ ਦੇ ਵਿੱਚ ਹੀਰਾ ਜੜਿਆ ਹੋਇਆ। ਕਹਿੰਦੇ ਜੀ ਕੋਈ ਹੀਰਾ ਨਹੀਂ, ਮੁੰਦਰੀ 'ਚ ਜਿਹੜਾ ਹੀਰਾ ਅਸਲ ਪੈਂਦਾ ਉਹ ਘੱਟ ਤੋਂ ਘੱਟ 1 ਲੱਖ ਰੁਪਈਏ ਦਾ ਹੁੰਦਾ। ਜਿਹੜਾ ਮੁੰਦਰੀ ਛੋਟਾ ਜਿਹਾ ਵੀ ਹੀਰਾ ਪੈਂਦਾ ਉਹ ਘੱਟ ਤੋਂ ਘੱਟ 1 ਲੱਖ ਦਾ ਹੁੰਦਾ। ਤਾਂ ਮੁੰਦਰੀ ਘੱਟ ਤੋਂ ਸੋਨਾ ਰਲਾ ਕੇ 1.5 ਲੱਖ ਦੀ ਹੋਵੇਗੀ। ਜਿਹੜੀ ਤੁਹਾਨੂੰ ਮੁੰਦਰੀ 50-60 ਹਜ਼ਾਰ ਦੀ ਮਿਲ ਰਹੀ ਹੈ, ਜੇ 70 ਦਾ, ਉਹ 'ਚ ਕੋਈ ਹੀਰਾ ਹੂਰਾ ਨਹੀਂ ਹੁੰਦਾ, ਸਭ ਬਨੌਟੀ ਮਾਲ ਹੁੰਦਾ। ਇਸ ਲਈ ਉਹਦੀ ਦੁਬਾਰਾ ਵਿਕਰੀ ਨਹੀਂ ਹੁੰਦੀ, ਕਿਉਂਕਿ ਅਸਲੀ ਹੁੰਦੇ ਹੀ ਨਹੀਂ, ਉਹ ਅਸਲੀ ਹੁੰਦੇ ਹੀ ਨਹੀਂ। ਸਾਡੇ ਇੱਕ ਟੀਚਰ ਦੇ ਮੁੰਡੇ ਨੂੰ ਕੁੜੀ ਵਾਲਿਆਂ ਨੇ ਉਹ ਹੀਰੇ ਦੀ ਅੰਗੂਠੀ ਪਾਤੀ ਮੰਗਣੇ 'ਚ। ਵਿਆਹ ਤੋਂ ਪਹਿਲਾਂ ਉਹਨਾਂ ਨੂੰ ਅਚਾਨਕ ਪੈਸਿਆਂ ਦੀ ਲੋੜ ਪੈ ਗਈ। ਉਹ ਕਹਿੰਦੇ ਕਾਕਾ ਲੈ ਮੈਂ ਤੇਰੀ ਮੁੰਦਰੀ ਵੇਚ ਦੇਣਾ, ਵਿਆਹ ਤੋਂ ਪਹਿਲਾਂ ਫਿਰ ਤੈਨੂੰ ਬਣਾ ਕੇ ਦੇ ਦਾਂ, ਆਪਾਂ ਡੰਗ ਸਾਰ ਲਈਏ। ਉਹ ਲੈ ਕੇ ਗਏ, ਕਹਿਣ ਜੀ ਹੀਰਾ ਵੀ ਖੋਟਾ ਹੈ ਅਤੇ ਜਿਹੜਾ ਸੋਨਾ ਤੁਸੀਂ ਕਹੇ ਇਹ ਵੀ ਖੋਟਾ ਹੈ, ਇਹ ਤਾਂ ਖੋਟੀ ਹੈ, ਇਹ ਤਾਂ 100 ਰੁਪਏ ਦੀ ਹੈ ਕੁੱਲ। ਉਹ ਮੰਗਣਾ ਹੀ ਟੁੱਟ ਗਿਆ। ਉਹ ਕਹਿੰਦੇ ਤੁਸੀਂ ਸਾਡਾ ਹੁਣੇ ਹੀ ਆਹ ਹਾਲ ਕੀਤਾ, ਵਿਆਹ 'ਚ ਕੀ ਤੁਸੀਂ ਕਰੋਗੇ? ਮੰਗਣਾ ਹੀ ਟੁੱਟ ਗਿਆ ਜੀ। ਸੋ ਇਸ ਲਈ ਖੋਟੇ ਖਾਟੇ ਮਾਲ ਚਲੀ ਜਾਂਦੇ, ਦਾਤਾ ਭਲੀ ਕਰੇ। ਕਹਿੰਦੇ ਮੇਰਾ ਜਿਹੜਾ ਕਲਸ਼ ਹੈ ਨਾ ਸੋਨੇ ਵਰਗਾ, ਭਾਵ ਸ਼ੁੱਧ ਹੈ। ਮੇਰਾ ਜਿਹੜਾ ਹੈ ਜਿਸ ਦੇ ਵਿੱਚ ਮੈਂ ਗੁਣ ਸਾਂਭ ਕੇ ਰੱਖਣੇ ਨੇ, ਮੇਰਾ ਹਿਰਦਾ, ਕਹਿੰਦਾ ਮੇਰਾ ਜਿਹੜਾ ਹਿਰਦਾ ਰੂਪੀ ਕਲਸ਼ ਹੈ ਇਹ ਸੋਨੇ ਦੀ ਤਰ੍ਹਾਂ ਸ਼ੁੱਧ ਅਤੇ ਪਵਿੱਤਰ ਹੈ। ਤਿਸ ਮੈਂ ਧਾਰ ਚੂਹੈ ਅਤ ਨਿਰਮਲ। ਹੁਣ ਕਹਿੰਦੇ ਤੁਹਾਡੀ ਤਾਂ ਧਾਰ ਉਹਦੀ ਸ਼ਰਾਬ ਦੀ ਬਾਹਰ ਨਿਕਲਦੀ ਹੈ ਨਾ, ਮੇਰੇ 10ਵੇਂ ਦੁਆਰ ਦੇ ਵਿੱਚ ਉਹ ਫਿਰ ਇਹ ਅੰਮ੍ਰਿਤ ਦੀ ਪਵਿੱਤਰ ਧਾਰਾ ਚੱਲਦੀ ਹੈ। ਅੰਮ੍ਰਿਤ ਦੀ ਪਵਿੱਤਰ ਧਾਰਾ ਚੱਲਦੀ ਹੈ। ਰਸ ਮੈਂ ਰਸਨ ਚੁਆਇਆ, ਅਤੇ ਰਸਾਂ ਦੇ ਵਿੱਚੋਂ ਸਭ ਤੋਂ ਵਧੀਆ ਜਿਹੜਾ ਰਸ ਹੈ ਉਹ ਟਪਕ ਰਿਹਾ ਹੈ। ਨਾਮ ਰਸ ਨੂੰ ਸਾਰੇ ਰਸਾਂ ਤੋਂ ਸਭ ਤੋਂ ਵੱਧ ਸੁਆਦੀ ਧਰਮ ਗਿਣਦਾ। ਸਾਨੂੰ ਤਾਂ ਨਾਮ ਰਸ ਆਇਆ ਹੀ ਨਹੀਂ ਹੈ। ਇੱਕ ਥਾਂ 'ਤੇ ਮੈਂ ਪੜ੍ਹ ਰਿਹਾ ਸੀ, ਉਹ ਮਹਾਂਪੁਰਖ ਜਦੋਂ ਪਹਿਲੀ ਵਾਰ ਜਿੱਥੇ ਆਪਣਾ ਅੰਦਰ ਕਾਂ ਹੁੰਦਾ ਉੱਥੋਂ ਕਹਿੰਦਾ ਇੱਕ ਅੰਮ੍ਰਿਤ ਦਾ ਤੁਪਕਾ ਮੇਰੀ ਜੀਭ 'ਤੇ ਟਪਕਿਆ। ਕਿੰਨੇ ਹੀ ਮਹੀਨੇ ਮੈਨੂੰ ਉਹਦਾ ਰਸ ਆਈ ਗਿਆ ਅਤੇ ਮੈਂ ਆਨੰਦ 'ਚ ਰਿਹਾ। ਕਹਿੰਦਾ ਇੱਕ ਤੁਪਕੇ ਨਾਲ। ਤਾਂ ਇਹ ਜਿਹੜੀ ਉੱਚੀ ਅਵਸਥਾ 'ਤੇ ਚਲੇ ਜਾਂਦੇ ਨੇ, ਹੁਣ ਤਾਂ ਗੱਲਾਂ ਗੁੱਲਾਂ ਕਰਨ ਨੂੰ ਜੀਅ ਨਹੀਂ ਕਰਦਾ। ਕਹਿੰਦੇ ਕਿਉਂ ਇਹ ਫਿਕਲੀਆਂ ਜੀ ਗੱਲਾਂ ਲੱਗਦੀਆਂ ਨੇ, ਉਹਨਾਂ ਨੂੰ ਨਾਮ ਰਸ ਆ ਰਹਿੰਦਾ, ਉਸ ਵਿੱਚ ਲੱਗੇ ਰਹਿੰਦੇ ਨੇ, ਉਹ ਉਧਰ ਹੀ ਲੱਗੇ ਰਹਿੰਦੇ ਨੇ। ਕਿਉਂਕਿ ਜਦੋਂ ਆਪਾਂ ਕੋਈ ਵੀ ਚੀਜ਼ ਖਾ ਰਿਹਾ, ਅਗਰ ਉਦੋਂ ਜ਼ਿਆਦਾ ਸਵਾਦ ਲਈ ਆਪਾਂ ਨੂੰ ਮਿਲ ਜਾਵੇ ਤਾਂ ਆਪਾਂ ਸਵਾਦ ਲਈ ਖਾ ਲਿਆ, ਪਹਿਲੀ ਨਹੀਂ ਛੱਡ ਦਿੰਦੇ, ਪਹਿਲੀ ਛੱਡ ਦਿੰਦੇ। ਮੈਂ ਰੋਟੀ ਖਾ ਰਿਹਾ, ਦੇਖਿਆ ਵੀ ਚੱਪਾ ਕਰੇਗੀ ਹੋ ਗਈ ਠੰਡੀ, ਇੰਨੇ ਚਿਰ ਗਰਮ ਧਰ ਗਏ, ਮੈਂ ਉਹ ਚੱਪਾ ਵਿੱਚ ਹੀ ਥਾਲੀ ਛੱਡ ਦੇਣਾ, ਗਰਮ ਖਾਣੀ ਸ਼ੁਰੂ ਕਰ ਦੇਣਾ। ਫਿਰ ਜ਼ਰੂਰੀ ਠੰਡੀ ਕਹਿਣੀ ਜੋ ਤਾਜ਼ੀ ਆ ਗਈ ਹੈ। ਤਾਜ਼ੀ ਜਦੋਂ ਨਾਮ ਰਸ ਪ੍ਰਾਪਤ ਹੋ ਜਾਏਗਾ, ਬਾਕੀ ਰਸ ਤਾਂ ਫਿੱਕੇ ਹੋ ਜਾਣਗੇ, ਕਿਉਂਕਿ ਸਾਨੂੰ ਪ੍ਰਾਪਤ ਨਹੀਂ ਹੈ, ਇਸ ਲਈ ਸਾਨੂੰ ਸਮਝ ਨਹੀਂ ਆ ਰਹੀ ਵੀ ਨਾਮ ਰਸ ਕਿਹੋ ਜਿਹਾ ਹੁੰਦਾ ਹੋਵੇ। ਉਹ ਕਹਿੰਦੇ ਰਸਨਾ ਸਾਰੇ ਰਸਾਂ ਦੇ ਵਿੱਚ ਉੱਤਮ ਰਸ ਨਾਮ ਰਸ ਹੈ। ਕਹਿੰਦੇ ਉਹ ਮੇਰੇ ਫਿਰ ਟਪਕਦਾ ਹੈ। ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਜ।
ਹੁਣ ਕਹਿੰਦੇ ਮੇਰਾ ਜਿਹੜਾ ਪਿਆਲਾ ਹੈ ਜਿਸ 'ਚ ਮੈਂ ਲੋਕ ਸ਼ਰਾਬ ਪਾ ਕੇ ਪੀਂਦੇ ਨੇ, ਇਹ ਤਾਂ ਮੇਰੇ ਸਵਾਸਾਂ ਦਾ ਪਿਆਲਾ ਬਣ ਗਿਆ। ਉਹ ਨਾਮ ਰਸ ਹੁਣ ਮੈਂ ਸਵਾਸਾਂ ਰਾਹੀਂ ਪ੍ਰਾਪਤ ਕਰਦਾ। ਸਾਹ ਅੰਦਰ ਜਾਂਦਾ ਤਾਂ ਵੀ ਰਸ ਆ ਰਿਹਾ, ਬਾਹਰ ਨਿਕਲਦਾ ਤਾਂ ਵੀ ਰਸ ਆ ਰਿਹਾ। ਹੁਣ ਸਵਾਸ ਹੀ ਮੇਰਾ ਪਿਆਲਾ ਬਣ ਗਏ ਹਨ। ਤੀਨ ਭਵਨ ਮੈਂ ਏਕੋ ਜੋਗੀ। ਹੁਣ ਮੈਨੂੰ ਤਿੰਨਾਂ ਭਵਨਾਂ 'ਚ ਮਾਤ ਲੋਕ, ਪਤਾਲ ਲੋਕ, ਆਕਾਸ਼, ਏਕ ਜੋਗੀ ਭਾਵ ਇੱਕ ਪਰਮਾਤਮਾ ਹੀ ਦਿਖਾਈ ਦੇ ਰਿਹਾ ਹੈ। ਹੁਣ ਤਿੰਨਾਂ ਭਵਨਾਂ 'ਚ ਇੱਕ ਪਰਮਾਤਮਾ ਹੀ ਮੈਨੂੰ ਦਿਖਾਈ ਦੇ ਰਿਹਾ। ਕਹੋ ਕਵਨ ਹੈ ਰਾਜਾ, ਦੱਸੋ ਇਸ ਤੋਂ ਵੱਡਾ ਹੋਰ ਰਾਜਾ ਕਿਹੜਾ ਹੋ ਸਕਦਾ ਜਿਹੜਾ ਤਿੰਨਾਂ ਭਵਨਾਂ ਦਾ ਮਾਲਕ ਹੈ। ਐਸੇ ਗਿਆਨ ਪ੍ਰਗਟਿਆ ਪ੍ਰਖੋਤਮ, ਕਹੋ ਕਬੀਰ ਰੰਗ ਰਤ। ਪਰਮਾਤਮਾ ਦਾ ਇਹੋ ਜਿਹਾ ਗਿਆਨ ਮੇਰੇ ਅੰਦਰ ਪ੍ਰਗਟ ਹੋ ਗਿਆ ਹੈ। ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਰੰਗ ਰਤ। ਕਬੀਰ ਸਾਹਿਬ ਕਹਿੰਦੇ ਮੈਂ ਨਾਮ ਰੰਗ 'ਚ ਰੰਗਿਆ ਗਿਆ ਹਾਂ। ਮੈਂ ਨਾਮ ਰੰਗ 'ਚ ਰੰਗਿਆ ਗਿਆ। ਔਰ ਦੁਨੀ ਸਭ ਭਰਮ ਭੁਲਾਣੀ, ਮਨ ਰਾਮ ਰਸਾਇਣ ਮਾਤਾ। ਮਾਤਾ ਮੈਨੇ ਮਸਤ, ਮੈਨੂੰ ਮਾਤਾ ਨਹੀਂ ਬਣਨਾ, ਮਾਤਾ ਮੈਨੇ ਮਦਰ, ਮਾਤਾ ਮੈਨੇ ਮਸਤ। ਰਾਮ ਰਸਾਇਣ ਨਾਮ ਰਸ ਦੇ ਵਿੱਚ ਮੇਰਾ ਜਿਹੜਾ ਮਨ ਹੈ ਉਹ ਹੁਣ ਮਸਤ ਹੋ ਗਿਆ। ਬਾਕੀ ਸਾਰੀ ਦੁਨੀਆ ਤੇ ਭਰਮਾਂ 'ਚ ਪਈ ਹੋਈ ਹੈ, ਬਾਕੀ ਸਾਰੀ ਦੁਨੀਆ ਭਰਮਾਂ 'ਚ ਪਈ ਹੋਈ ਹੈ। ਪਤਾ ਨਹੀਂ ਮਾਇਆ ਰਾਹੀਂ ਜ਼ਿਆਦਾ ਆਨੰਦ ਹੈਗਾ। ਕਹਿੰਦਾ ਮੇਰਾ ਨਾਮ ਤੇ ਮਨ, ਨਾਮ ਮੇਰਾ ਮਨ ਨਾਮ ਰਸ 'ਚ ਮਸਤ ਹੋ ਗਿਆ। ਬਾਕੀ ਸਾਰਾ ਸੰਸਾਰ ਭਰਮਾਂ ਭੁਲੇਖਿਆਂ 'ਚ ਪਿਆ ਹੋਇਆ ਹੈ। ਸੋ ਇਹ ਮੰਜ਼ਿਲ ਹੈ। ਕਿਤੇ ਗੁਰਬਾਣੀ 'ਚ ਆਰੰਭ ਵਾਲੀ ਗੱਲ ਲਿਖੀ ਹੋਈ ਹੈ ਬਈ ਭਾਈ ਅੰਮ੍ਰਿਤ ਵੇਲੇ ਉੱਠੋ, ਨਾਮ ਜਪਿਆ ਕਰੋ। ਜਦੋਂ ਬ੍ਰਹਮ ਗਿਆਨ ਦੀ ਅਵਸਥਾ ਫਿਰ ਕਹਿੰਦੇ ਨੇ ਅੰਮ੍ਰਿਤ ਵੇਲੇ ਉਠਾਉਣ ਵਾਲਾ ਵੀ ਉਹੀ, ਨਾਮ ਜਪਾਉਣ ਵਾਲਾ ਵੀ ਉਹੀ। ਅਸੀਂ ਕੌਣ ਹਾਂ? ਅਸੀਂ ਕਿਤੇ ਵਿਚਾਰਿਆ ਜਿੱਤ 'ਚ ਲਾਵੋ ਤਿੱਤ 'ਤੇ ਲੱਗਣ। ਇਹ ਲਾਈਨ ਪੜ੍ਹ ਕੇ ਬੰਦਾ ਫਿਰ ਕਹਿੰਦਾ ਜਦੋਂ ਲਾਊਗਾ ਜੀ ਕਰ ਲਵਾਂਗੇ, ਜਦੋਂ ਉਹ ਲਾਉਣਾ ਜੋ ਲਾਏਗਾ ਕਰ ਲਾਂਗੇ। ਪਹਿਲੀ ਅਵਸਥਾ ਨਹੀਂ ਲੱਗੂ। ਪਹਿਲੀ ਅਵਸਥਾ ਗੋਡ ਹੈਲਪਸ ਦੋਜ਼ ਹੂ ਹੈਲਪ ਦੈਮਸੈਲਵਸ। ਬਾਈਬਲ ਕਹਿੰਦੀ ਹੈ ਰੱਬ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ, ਪਰ ਜੋ ਯਤਨਸ਼ੀਲ ਨੇ, ਜੋ ਯਤਨਸ਼ੀਲ ਨੇ ਰੱਬ ਉਹਨਾਂ ਦੀ ਮਦਦ ਕਰਦਾ। ਅਸੀਂ ਯਤਨ ਹੀ ਕਰਾਂਗੇ ਤਾਂ ਫਿਰ ਰੱਬ ਕੀ ਮਦਦ ਕਰੇਗਾ? ਕਿਉਂ ਕਰੇਗਾ? ਆਪਾਂ ਜੇ ਯਤਨਸ਼ੀਲ ਹੋਈਏ ਜ਼ਰੂਰ ਕੋਈ ਨਾ ਕੋਈ ਆ ਕੇ ਸਾਡੀ ਸਹਾਇਤਾ ਕਰ ਦੇਗਾ। ਜਿਹੜੇ ਲੋਕ ਯਤਨਸ਼ੀਲ ਰਹਿੰਦੇ ਨੇ, ਪਰਮਾਤਮਾ ਨੇ ਕੋਲ ਕੋਈ ਨਾ ਕੋਈ ਸਾਧੂ, ਕੋਈ ਨਾ ਕੋਈ ਭਗਤ ਭੇਜ ਦਿੰਦਾ ਹੈ। ਉਹ ਜੇ ਕਿਤੇ ਅੜ ਗਿਆ ਹੈ ਭਜਨ ਬੰਦਗੀ ਦੇ ਵਿੱਚ, ਉਹਦੀ ਲਾਈਨ ਆ ਕੇ ਕਲੀਅਰ ਕਰ ਜਾਂਦੇ ਨੇ, ਅਗਲੀ ਸਟੇਜ 'ਤੇ ਪਹੁੰਚਾ ਦਿੰਦੇ ਨੇ। ਕਿ ਪਰਮਾਤਮਾ ਦੇਖਦਾ ਮੇਰਾ ਭਗਤ ਸੱਚੇ ਦਿਲੋਂ ਲੱਗਿਆ ਹੋਇਆ, ਪਰ ਇੱਥੇ ਸਟੇਜ 'ਤੇ ਆ ਕੇ ਅੜ ਗਿਆ ਹੈ, ਅਗਲੀ ਸਟੇਜ ਆ ਨਹੀਂ ਰਹੀ। ਉਹ ਫਿਰ ਬਿੱਧ ਬਣਾਉਂਦਾ, ਕੋਈ ਨਾ ਕੋਈ ਸੰਤ ਮਹਾਤਮਾ ਟਕਰਾ ਦਿੰਦਾ ਜਿਹਨੇ ਉਹ ਅਵਸਥਾ ਟੱਪੀਆਂ ਹੋਈਆਂ ਹੁਣ, ਉਹ ਉਸ 'ਤੇ ਕਿਰਪਾ ਕਰਦਾ, ਅਵਸਥਾ ਉਹਦੀ ਟਪਾ ਦਿੰਦਾ। ਪਰ ਲੱਗਣਾ ਤਾਂ ਪੈਣਾ ਨਾ, ਲੱਗਣਾ ਪੈਣਾ। ਪਹਿਲੀ ਅਵਸਥਾ ਹੈ ਵੀ ਜਿਹੜਾ ਹੈ ਮਿਹਨਤ ਮੇਰੀ, ਰਹਿਮਤ ਤੇਰੀ। ਅਖੀਰਲੀ ਅਵਸਥਾ ਹੈ ਪਰਮਾਤਮਾ ਮਿਹਨਤ ਵੀ ਤੇਰੀ ਅਤੇ ਰਹਿਮਤ ਵੀ ਤੇਰੀ। ਮੈਂ ਕੌਣ ਸੀ ਮਿਹਨਤ ਕਰਨ ਵਾਲਾ? ਇਹ ਅਖੀਰਲੀ ਅਵਸਥਾ, ਪਹਿਲੀ 'ਤੇ ਨਹੀਂ ਆ ਜਾਣਾ। ਇਹ ਪਹਿਲੀ ਜਮਾਤ 'ਚ ਐਮ ਏ ਵਾਲੀ ਗੱਲ ਸਮਝ ਨਹੀਂ ਆਵੇਗੀ, ਨਹੀਂ ਸਮਝ ਆਵੇਗੀ। ਪਹਿਲੇ ਇਹ 'ਚ ਪਹਿਲੀ ਤੋਂ ਲੈ ਕੇ ਐਮ ਏ ਤੱਕ ਦੀਆਂ ਗੱਲਾਂ ਲਿਖੀਆਂ ਹੋਈਆਂ ਹਨ। ਜਿੱਥੋਂ ਤੱਕ ਤੁਹਾਨੂੰ ਬਾਣੀ ਸਮਝ ਆਵੇ ਨਾ, ਸਹੀ ਸਮਝੋ ਜੇ ਅਸੀਂ ਇੱਥੇ ਹਾਂ। ਜਿੱਥੋਂ ਨਾ ਗੱਲ ਸਮਝੇ ਇਹਦਾ ਮਤਲਬ ਇਹ ਅਜੇ ਸਾਡੇ ਲੈਵਲ ਤੋਂ ਉੱਪਰ ਹੈ, ਇਹਦੀ ਤਾਂ ਮੱਥਾ ਮਾਰਨ ਦੀ ਲੋੜ ਨਹੀਂ ਹੈਗੀ। ਜਿੰਨਾ ਕੁ ਹੈਗਾ ਉਹਨਾਂ ਲੱਗੇ ਰਹੋ, ਲੱਗੇ ਰਹੋ। ਜਦੋਂ ਹੋਰ ਉੱਚੀ ਅਵਸਥਾ ਫਿਰ ਉਹ ਵੀ ਸਮਝਾਉਣ ਲੱਗ ਜਾਏਗੀ, ਫਿਰ ਉਹ ਅਵਸਥਾ ਸਮਝਾਉਣ ਲੱਗ ਜਾਏਗੀ। ਜਦੋਂ ਉਦੋਂ ਉੱਪਰ ਜਾਵੇਂ ਫਿਰ ਨਹੀਂ ਸਮਝਾਣੀ, ਫਿਰ ਲੱਗੇ ਰਹੋ, ਫਿਰ ਉਦੋਂ ਵੀ ਸਮਝਾਉਣ, ਹੌਲੀ ਹੌਲੀ ਸੱਚਖੰਡ ਤੱਕ ਸਮਝਾਉਣ ਲੱਗ ਜਾਏਗੀ। ਨਹੀਂ ਤਾਂ ਪਹਿਲਾਂ ਨਹੀਂ ਆਉਂਦੀ, ਅਤੇ ਪਹਿਲਾਂ ਮੱਥਾ ਮਾਰਨ ਦਾ ਵੀ ਕੋਈ ਫਾਇਦਾ ਨਹੀਂ। ਆਪਣਾ ਜਿੰਨਾ ਸਮਾਂ ਭਾਈ ਵਾਹਿਗੁਰੂ 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 ਕਰੀ ਜਾਓ, ਬਾਣੀ ਪੜ੍ਹੀ ਜਾਓ, ਵਾਹਿਗੁਰੂ ਕਰੀ ਜਾਓ, ਆਪੇ ਦਾਤਾ ਭਲੀ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।